ਅੱਜ ਆਪਾਂ ਜਿਹੜੀ ਗੁਜਰੀ ਦੀ ਵਾਰ ਆਪਾਂ ਲੈ ਰਹੇ ਤੀਸਰੀ ਪਾਤਸ਼ਾਹੀ ਦੀ ਉਹਦੀ 10ਵੀਂ ਜਿਹੜੀ ਹੈਗੀ ਪੌੜੀ ਲੈਣੀ ਆਪਾਂ ਨੇ। ਉਹ 512 ਅੰਗ 512 ਅੰਗ ਦੇ ਉੱਤੇ 10ਵੀਂ ਪੌੜੀ ਲੈ ਰਹੇ ਆਪਾਂ। ਔਰ ਇਹ ਉਸ ਤੋਂ ਪਹਿਲਾਂ ਜਿਹੜਾ ਹੈ ਨਾ ਇੱਕ ਗੱਲ ਜਿਹੜੀ ਹੈਗੀ ਆਪਾਂ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਹੈ ਵੀ ਭਾਈ ਆਹ ਜਿਹੜੇ ਆਪਾਂ ਜਿਹੜੀ ਵਿਚਾਰ ਕਰਦੇ ਹਾਂ ਇਹ ਦੋਨੋਂ ਟਾਈਮ ਜਿਹੜੇ ਹੈਗੇ ਇੰਡੀਆ ਦੇ 3:30 ਵਜੇ ਹੁੰਦੀ ਹੈ, 8 ਵਜੇ ਹੁੰਦੀ ਹੈ। ਅਤੇ ਜਿਹੜੀ ਹੈ YouTube ਦੇ ਉੱਤੇ ਜਿਹੜੀ ਹੈਗੀ ਇਹਨੂੰ ਆਪਾਂ ਪਾਉਂਦੇ ਹਾਂ। ਔਰ ਇਹਦੇ ਉੱਤੇ ਜਿਹੜਾ ਹੈਗਾ ਉਹਦਾ ਰੂਲ ਹੈਗਾ ਵੀ ਔਰ YouTube ਜਿਹੜੀ ਹੈਗੀ ਚੈਨਲ ਕਮਰਸ਼ੀਅਲ ਚੈਨਲ ਹੈ। ਇਹ ਅੱਜ ਕੱਲ੍ਹ ਪਬਲਿਸਿਟੀ ਦਾ ਜ਼ਮਾਨਾ ਹੈਗਾ। ਇਹ ਪਬਲਿਸਿਟੀ ਜਿਹੜੀ ਹੈਗੀ ਆ ਔਰ YouTube ਜਿਹੜੀ ਹੈਗੀ ਜਿਹੜੀ ਚੀਜ਼ 'ਤੇ ਪਬਲਿਸਿਟੀ ਨਹੀਂ ਹੋਏਗੀ ਆਪਣੀ ਚੈਨਲ ਫਿਰ ਜਿਹੜੀ ਹੈਗੀ ਓਨੇ ਕੀ ਉਹ ਡੈਡ ਜਿਹੀ ਚੈਨਲ ਹੋ ਜਾਏਗੀ। ਅਤੇ ਜੇ ਉਹਦੀ ਜਿਹੜੀ ਹੈਗੀ ਹੈ ਇਹ YouTube ਦਾ ਰੂਲ ਹੈ, ਇਹ 1000 ਸਬਸਕ੍ਰਾਈਬਰ ਹੋ ਜਾਣਗੇ ਅਤੇ ਉਸ ਤੋਂ ਬਾਅਦ ਜਿਹੜੀ ਉਹ ਪਬਲਿਸਿਟੀ ਸ਼ੁਰੂ ਕਰਦੀ ਹੈ। ਅਤੇ ਸਾਨੂੰ ਇਹਦੇ ਨਾਲ ਕੋਈ ਮੋਨੀਟਾਈਜ਼ਿੰਗ ਜਾਂ ਸਾਨੂੰ ਇਹਦੇ ਨਾਲ ਕੋਈ ਮਾਇਕ ਲਾਭ ਨਹੀਂ ਹੈ ਭਾਈ। ਇਹਦੇ ਨਾਲ ਕਿੰਨੇ ਕੁ ਹੈ 150 ਜ਼ਿਆਦਾ ਤੋਂ ਜ਼ਿਆਦਾ ਇੰਨੇ ਕੁ ਵੀ ਹੋ ਜਾਣ ਤੇ ਬਹੁਤ ਘੱਟ। ਇਹ ਧਾਰਮਿਕ ਰਸਤੇ ਦੇ ਉੱਤੇ ਚੱਲਣ ਵਾਲੇ ਤਾਂ ਬਹੁਤ ਹੀ ਘੱਟ ਹੁੰਦੇ ਆ। ਔਰ ਇਹਦੇ ਨਾਲ $1 $2 $4 ਇਹਦੇ ਨਾਲ ਸਾਡਾ ਕੀ ਇਹ ਜਿਹੜਾ ਹੈਗਾ ਇਹਦੇ ਨਾਲ ਕੋਈ ਫਰਕ ਪੈਣ ਵਾਲਾ ਨਹੀਂ। ਸਾਨੂੰ ਇਹ ਬਿਲਕੁਲ ਵੀ ਜਿਹੜਾ ਹੈਗਾ ਅਸੀਂ ਤਾਂ ਪੈਸਾ ਲਾਉਣਾ ਚਾਹੁੰਦੇ ਹਾਂ ਇਹਦੇ ਉੱਤੇ ਐਡਵਰਟਾਈਜ਼ਮੈਂਟ ਦੇ ਉੱਤੇ। ਅਤੇ ਉਹਦੇ ਨਾਲ ਕਿਉਂਕਿ ਸਾਡਾ ਮਕਸਦ ਇੰਨਾ ਹੀ ਹੈ ਵੀ ਇਹ ਜੋ ਚੀਜ਼ ਜਿਹੜੀ ਹੈਗੀ ਆ ਸੱਚਾਈ ਜਿਹੜੀ ਹੈਗੀ ਸਾਹਮਣੇ ਆ ਜਾਏ। ਬਸ ਇੰਨੀ ਕੀ ਗੱਲ ਹੈ। ਗੋਰਖੀ ਸਾਹਿਬ ਜੇ ਤੁਸੀਂ ਕੁਛ ਇਹਦੇ ਬਾਰੇ ਐਕਸਪਲੇਨ ਕਰਨਾ ਚਾਹੋ ਤੇ। ਹਾਂ ਸਾਧ ਸੰਗਤ ਜੀ ਦੇਖੋ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਅੱਜ ਕਿਸੇ ਭੈਣ ਜੀ ਨੇ ਮੈਸੇਜ ਕੀਤਾ ਨਿਜਲ ਸਾਹਿਬ ਨੂੰ ਕਿ ਉਹਨਾਂ ਦੇ ਹਸਬੈਂਡ ਕਹਿੰਦੇ ਨੇ ਕਿ ਇਹ ਤੇ ਚੈਨਲ ਹੈ, ਇਹ ਤੇ ਲੋਕ ਪੈਸੇ ਕਮਾਉਣ ਦੇ ਲਈ ਬੈਠੇ ਆ। ਤੇ ਭਾਜੀ ਏਦਾਂ ਕਰੋ ਕਿ ਤੁਸੀਂ ਨਾ ਇਹ ਚੈਨਲ ਦਾ ਤੁਹਾਨੂੰ ਐਡਮਿਨ ਦਾ ਮੈਂ ਦੇ ਦਾਂਗਾ ਪਾਸਵਰਡ, ਤੁਸੀਂ ਦੇਖ ਲਿਓ ਕਿ ਤੁਸੀਂ ਆਪਣਾ ਉੱਥੇ ਅਕਾਊਂਟ ਪਾ ਦਿਓ, ਤੁਹਾਡੇ ਖਾਤੇ 'ਚ ਭੇਜ ਦਾਂਗੇ ਜਿੰਨੇ ਕੁ ਕਰੋੜ ਰੁਪਏ ਆਏ ਆ। ਇੱਦਾਂ ਦੀ ਕੋਈ ਵਿਚਾਰ ਨਹੀਂ ਆ। ਅਸੀਂ ਬਹੁਤ ਟਾਈਮ ਤੋਂ ਚੱਲ ਰਹੇ ਹਾਂ, ਬਹੁਤ ਬੋਲੇ ਤੇ ਬਹੁਤ, ਤੇ ਕਾਫੀ ਸੰਗਤ ਪੁਰਾਣੀ ਵੀ ਹੈ ਵਿੱਚ। ਖਾਸ ਕਰਕੇ ਤੁਹਾਡੇ ਲਈ ਇਹ ਰਿਕਾਰਡਿੰਗ ਕੀਤੀ ਹੈ। ਤੇ ਭੈਣ ਜੀ ਜੇਕਰ ਤੁਸੀਂ ਆਪਣੇ ਹਸਬੈਂਡ ਨੂੰ ਇਹ ਰਿਕਾਰਡਿੰਗ ਜ਼ਰੂਰ ਸੁਣਾ ਦੇਣਾ। ਇਹ ਸਾਨੂੰ ਕੋਈ ਲੋੜ ਨਹੀਂ ਹੈ ਪੈਸੇ ਦੀ। ਪੈਸਾ ਜੇ ਤੇ ਤੁਸੀਂ ਸਾਡੇ ਲਫ਼ਜ਼ ਸੁਣੇ ਹੁੰਦੇ ਤੇ ਇਹ ਤੁਹਾਡੇ ਮਨ 'ਚ ਆਉਣਾ ਨਹੀਂ ਚਾਹੀਦਾ ਸੀ। ਕਹਿੰਦੇ ਆ ਕਿ ਬ੍ਰਹਮ ਗਿਆਨੀ ਦੀ ਜਿਹੜੀ ਰਮਜ ਆ ਉਹ ਬ੍ਰਹਮ ਗਿਆਨੀ ਜਾਣਦਾ ਹੈ। ਇਹ ਸਧਾਰਨ ਬੰਦਾ ਉੱਤੇ ਆਪਣੇ ਲੈਵਲ ਦੀ ਸੋਚ ਹੁੰਦੀ, ਉੱਥੇ ਬੰਦਾ ਬੈਠਾ ਹੁੰਦਾ ਤੇ ਉਹ ਜੋਗੀ ਦੀ ਜੋਗੀ ਤੇ ਭੋਗੀ ਦੀ ਭੋਗੀ। ਪੈਸਾ ਕਦੇ ਵੀ ਸਾਡੀ ਜ਼ਿੰਦਗੀ ਦਾ ਕੋਈ ਮਾਇਨੇ ਨਹੀਂ ਕਰਦਾ। ਜੇਕਰ ਤੁਹਾਨੂੰ ਡਾਊਟ ਆ ਤੁਸੀਂ ਨਿੱਜਰ ਸਾਹਿਬ ਦਾ ਜੀਵਨ ਜਾ ਕੇ ਉੱਥੇ ਆਲੇ ਦੁਆਲੇ ਪੁੱਛੋ। ਤੇ ਇੱਥੇ ਮੈਂ ਵੀ ਅੰਮ੍ਰਿਤਸਰ ਰਹਿੰਦਾ, ਇੱਥੇ ਆ ਕੇ ਮੇਰੇ ਬਾਰੇ ਜੇਕਰ ਤੁਹਾਨੂੰ ਡਾਊਟ ਹੈਗਾ ਕਿ ਕਿੱਦਾਂ ਦਾ ਇਨਸਾਨ ਹੈ, ਕਿੱਦਾਂ ਦੀ ਸੋਚ ਹੈ, ਕਿੱਦਾਂ ਦਾ ਜੀਵਨ ਲੈ ਕੇ ਚੱਲ ਰਹੇ ਆ, ਆਪ ਆ ਕੇ ਕਿਤੇ ਵੀ ਆ ਕੇ ਪੁੱਛ ਸਕਦੇ। ਠੀਕ ਹੈ, ਇਹਦੇ 'ਚ ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈ। ਗੂਗਲ ਦੀ ਇੱਕ ਪਾਲਿਸੀ ਹੈ, ਉਹ ਪ੍ਰਮੋਸ਼ਨ ਤਾਂ ਹੀ ਕਰਦਾ ਹੈ ਚੈਨਲ ਦੀ ਜੇਕਰ ਉਹ ਐਡ ਲਾਉਂਦਾ ਹੈ। ਅਦਰਵਾਈਜ਼ ਉਹਨੂੰ ਕੋਈ ਇੰਟਰਸਟ ਹੀ ਨਹੀਂ ਹੈ। ਉਹ ਤੇ ਜਿੱਥੇ ਚੀਜ਼ ਪਈ ਹੈ ਉੱਥੇ ਪਈ ਹੈ। ਕੋਈ ਵੀ ਚੀਜ਼ ਆ ਉਹਨੂੰ ਅਗਲੀ ਜਗ੍ਹਾ ਤੇ ਸਪਰੈਡ ਕਰਨ ਦੇ ਲਈ ਬਿਨਾਂ ਲਾਲਚ ਤੋਂ ਬਿਨਾਂ ਲੋਭ ਤੋਂ ਬਿਜ਼ਨਸਮੈਨ ਇੰਟਰਸਟਿਡ ਨਹੀਂ ਹੁੰਦਾ। ਇਸ ਕਰਕੇ ਆਪਾਂ ਥੋੜੀ ਜਿਹੀ ਐਡ ਲਾਈ ਹੈ। ਇਸ ਤੇ ਜ਼ਿਆਦਾ ਨਹੀਂ ਬੋਲਾਂਗੇ ਕਿਉਂਕਿ ਸਮਾਂ ਖਰਾਬ ਹੋਵੇਗਾ। ਜੇ ਉਹ ਅੰਡਰਸਟੈਂਡ ਕਰਦੇ ਆ ਤੇ ਇੰਨੀ ਗੱਲ ਉਹਨਾਂ ਲਈ ਕਾਫੀ ਹੈ। ਠੀਕ ਹੈ ਨਿਜਰ ਸਾਹਿਬ? ਬਿਲਕੁਲ। ਆਪ ਕਥਾ ਤੇ ਆ ਜਾਓ। ਹਾਂਜੀ ਵੀਰ ਜੀ, ਅਸੀਂ 512 ਅੰਗ ਦੇ ਉੱਤੇ 512 ਤੇ 10ਵੀਂ ਜਿਹੜੀ ਹੈਗੀ ਆ 10ਵੀਂ ਪੌੜੀ ਲੈ ਰਹੇ ਹਾਂ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੇ ਅਨਦਿਨ ਹਰ ਲਿਵ ਲਾਏ। ਬ੍ਰਾਹਮਣ ਜਿਹੜਾ ਹੈਗਾ ਇਹ ਬ੍ਰਾਹਮਣਾਂ ਨੂੰ ਜਿਹੜਾ ਅਧਿਕਾਰ ਦਿੱਤਾ ਹੋਇਆ ਸੀਗਾ ਬਈ ਇਹੀ ਜਿਹੜੇ ਹੈਗੇ ਆ ਜਿਹੜਾ ਗਿਆਨ ਦੇ ਸਕਦੇ ਆ ਪਰਮਾਰਥ ਦਾ, ਰੱਬ ਦਾ ਜਿਹੜਾ ਹੈਗਾ ਗਿਆਨ। ਬ੍ਰਾਹਮਣ
ਮਹਾਰਾਜ ਕਹਿੰਦੇ ਆ ਬ੍ਰਾਹਮਣ ਜਿਹੜਾ ਹੈਗਾ, ਜਿਸ ਨੇ ਬ੍ਰਹਮ ਨੂੰ ਜਾਣ ਲਿਆ, ਬ੍ਰਹਮ ਬਿੰਦੇ, ਜਿਸ ਨੇ ਬ੍ਰਹਮ ਨੂੰ ਜਾਣ ਲਿਆ, ਜਿਹਦੀ ਜਾਣ ਪਛਾਣ ਪਰਮਾਤਮਾ ਦੇ ਨਾਲ ਹੋ ਗਈ ਆ, ਉਹਨੂੰ ਬ੍ਰਾਹਮਣ ਕਹਿ ਸਕਦੇ ਹਾਂ ਅਸੀਂ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ। ਔਰ ਉਹਦੀ ਕੁਆਲਿਟੀਜ਼ ਕੀ ਹੋਣੀ ਚਾਹੀਦੀ ਆ? ਜੇ ਅਨਦਿਨ ਹਰ ਲਿਵ ਲਾਏ, ਉਹਦੀ ਲਿਵ ਉਸ ਮਾਲਕ ਪਰਮਾਤਮਾ ਦੇ ਵਿੱਚ, ਉਹਦਾ ਸਮਾਂ, ਜ਼ਿਆਦਾ ਸਮਾਂ ਮਾਲਕ ਦੇ ਨਾਲ ਜਿਹੜਾ ਹੈਗਾ, ਮਾਲਕ ਦੇ ਨਾਲ ਮਾਲਕ ਦੇ ਕੋਲ ਗੁਜ਼ਰਨਾ ਚਾਹੀਦਾ ਹੈ, ਮਾਲਕ ਦੀ ਯਾਦ ਦੇ ਵਿੱਚ ਗੁਜ਼ਰਨਾ ਚਾਹੀਦਾ ਹੈ। ਉਹਨੂੰ ਬ੍ਰਾਹਮਣ ਕਹਿ, ਉਹ ਹੈਗਾ ਬ੍ਰਾਹਮਣ ਭਾਈ। ਜਿਹਨੂੰ ਬ੍ਰਹਮ ਦੇ ਬਾਰੇ ਜਾਣਕਾਰੀ ਹੈ, ਉਹ ਬ੍ਰਾਹਮਣ ਹੈਗਾ। ਫਿਰ ਸਤਿਗੁਰ ਪੁੱਛੇ ਸੱਚ ਸੰਜਮ ਕਮਾਵੇ, ਹਉਮੈ ਰੋਗ ਤਿਸ ਜਾਏ। ਔਰ ਉਹਦੀ ਇਹ ਕੁਆਲਿਟੀ ਹੈ ਵੀ ਉਹ ਗੁਰੂ ਤੋਂ ਗਿਆਨ ਲਏ, ਬ੍ਰਹਮ ਗਿਆਨੀਆਂ ਤੋਂ ਗਿਆਨ ਲਏ। ਬ੍ਰਹਮ ਗਿਆਨ ਹੋਣਾ ਚਾਹੀਦਾ ਉਹਦੇ ਕੋਲ, ਔਰ ਉਹਦੇ ਕੋਲ ਸੱਚਾ ਸੰਜਮ ਹੋਣਾ ਚਾਹੀਦਾ ਹੈ। ਉਹਦੀਆਂ ਗਿਆਨ ਇੰਦਰੀਆਂ ਦੇ ਉੱਤੇ, ਉਹਦੇ ਅੰਦਰ ਸ਼ਾਂਤੀ ਵਰਤਣੀ ਚਾਹੀਦੀ ਹੈ। ਉਹਦੇ ਜਿਹੜੇ ਹੈਗੇ, ਇਹ ਜਿਹੜੇ ਗਿਆਨ ਇੰਦਰੀ ਜਿਹੜੇ ਉਹਦੇ ਵੱਸ ਦੇ ਵਿੱਚ ਹੋਣੇ ਚਾਹੀਦੇ ਆ। ਇਹਦੀ ਕਮਾਈ ਕਰੇ। ਸਤਿਗੁਰ ਪੁੱਛੇ ਸੱਚ ਸੰਜਮ ਕਮਾਵੇ, ਹਉਮੈ ਰੋਗ ਤਿਸ ਜਾਏ। ਉਹਦਾ ਜਿਹੜਾ ਹੈਗਾ ਹਉਮੈ ਦਾ ਰੋਗ ਜਿਹੜਾ ਹੈਗਾ ਉਹ ਜਾਏਗਾ। ਹਰ ਗੁਣ ਗਾਵੇ, ਹਰ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਔਰ ਉਹ ਕੀ ਕਰਦਾ ਹੈ? ਪਰਮੇਸ਼ਰ ਦੇ ਗੁਣ, ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਆ ਗਿਆਨ ਲੈਂਦਾ ਹੈ, ਉਹਦੇ ਗੁਣ ਗਾਉਂਦਾ ਹੈ, ਔਰ ਉਹਦੇ ਗੁਣ ਸੰਗ੍ਰਹਿ ਕਰਦਾ ਹੈ। ਉਹ ਗੁਣ ਜਿਹੜੇ ਹੈਗੇ ਆਪਣੇ ਅੰਦਰ ਇਕੱਠੇ ਕਰਦਾ ਹੈ। ਆਪਣਾ ਜੀਵਨ ਜਿਹੜਾ ਹੈਗਾ ਉਹਨਾਂ ਗੁਣਾਂ ਦੇ ਅਨੁਸਾਰ ਚਲਾਉਂਦਾ ਹੈ। ਉਹ ਗੁਣਾਂ ਨੂੰ, ਉਹ ਹੀਰੇ ਮੋਤੀ ਨੂੰ ਆਪਣੇ ਅੰਦਰ ਸਜਾਉਂਦਾ ਹੈ, ਆਪਣੇ ਮਨ ਦੇ ਵਿੱਚ ਸਜਾਉਂਦਾ ਹੈ ਉਹਨਾਂ ਨੂੰ। ਹਰ ਗੁਣ ਗਾਵੇ, ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਇਸ ਤਰ੍ਹਾਂ ਫਿਰ ਉਹਦੀ ਜੋਤ ਜਿਹੜੀ ਹੈਗੀ ਉਹ ਆਤਮ ਲੈਵਲ ਤੇ ਜਿਹੜਾ ਵਿਚਰਦਾ ਹੈ, ਔਰ ਫਿਰ ਉਹ ਮਾਲਕ ਪਰਮਾਤਮਾ ਨੂੰ, ਪਰਮ ਜੋਤ ਨੂੰ ਉਹਦੇ ਵਿੱਚ ਸਮਾਉਂਦਾ ਹੈ। ਇਹੋ ਜਿਹੇ ਬ੍ਰਾਹਮਣ ਜਿਹੜੇ ਹੈਗੇ, ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਕਹਿੰਦੇ ਇਸ ਯੁੱਗ ਦੇ ਵਿੱਚ ਬਹੁਤ ਹੀ ਘੱਟ ਜਿਹੜੇ ਹੈਗੇ ਬ੍ਰਹਮ ਗਿਆਨੀ ਹੁੰਦੇ ਆ, ਜਿਹੜੇ ਕਿ ਆਪਣੀ ਹਉਮੈ ਜਿਹੜੀ ਹੈਗੀ, ਹਉਮੈ ਨੂੰ ਮੇਟ ਕੇ ਔਰ ਮਾਲਕ ਪਰਮਾਤਮਾ ਦੇ ਵਿੱਚ ਜਿਹੜੇ ਹੈਗੇ ਆਤਮ ਦੇ ਵਿੱਚ ਲੀਨ ਹੋ ਜਾਂਦੇ ਆ। ਆਤਮ ਤਲ ਦੇ ਉੱਤੇ ਜਿਹੜੇ ਹੈਗੇ ਆ ਜੀਵਨ ਗੁਜ਼ਾਰਦੇ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ, ਜੇ ਅਨਦਿਨ ਹਰ ਨਾਮ ਧਿਆਏ। ਕਹਿੰਦੇ ਭਾਈ ਐਸਾ ਬ੍ਰਹਮ ਗਿਆਨੀ ਜਿਹੜਾ ਹਮੇਸ਼ਾ ਅਨਦਿਨ ਹਰ ਰੋਜ਼ ਜਿਹਦਾ ਰੂਟੀਨ ਹੈਗਾ ਇਹ ਧਿਆਨ ਸਿਮਰਨ, ਕਹਿੰਦੇ ਉਹਨੂੰ ਤਾਂ ਮਿਲਣ ਦੇ ਨਾਲ, ਉਹਦੀ ਸੰਗਤ ਕਰਨ ਦੇ ਨਾਲ ਜਿਹੜਾ ਹੈਗਾ ਸੁਖ ਪਾਇਆ ਜਾ ਸਕਦਾ ਹੈ। ਉਹਦੀ ਸੰਗਤ ਕਰਨੀ ਚਾਹੀਦੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉਹ ਕਹਿ ਰਹੇ ਨੇ ਕਿ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਇਹ ਸਮਝਾਇਆ, ਉੱਪਰ ਦੇਖੋ, ਬ੍ਰਹਮ ਬਿੰਦੇ ਸੋ ਬ੍ਰਹਮ ਕਹੀਏ, ਜੇ ਅੰਦਰ ਹਰ ਲਿਵ ਲਾਏ। ਬ੍ਰਾਹਮਣ ਹੁਣ ਜਿਹੜਾ ਬੰਦਾ ਬ੍ਰਾਹਮਣ ਆ, ਉਹ ਬ੍ਰਾਹਮਣ ਆ ਜਿਹੜਾ ਪ੍ਰਮਾਤਮਾ ਦੇ ਨਾਲ ਆਪਣੀ ਲਿਵ ਨੂੰ ਇੱਕ ਮਿਕ ਕਰ ਲੈਂਦਾ ਹੈ। ਹੋਰ ਕਿਸੇ ਨੂੰ ਬ੍ਰਾਹਮਣ ਨਹੀਂ ਕਹਿਣਾ ਚਾਹੀਦਾ। ਕਿਸੇ ਦਾ ਬਾਹਰੀ ਵੇਸ ਆ, ਭੇਸ ਬਦਲ ਲਿਆ, ਉਹ ਆਪਣੇ ਆਪ ਨੂੰ ਬ੍ਰਾਹਮਣ ਸਮਝਦਾ। ਹੁਣ ਨੋਰਮਲੀ ਤੁਸੀਂ ਹੁਣ ਦੇਖੋ, ਹਰ ਧਰਮ ਦੇ ਵਿੱਚ ਕੋਈ ਕਹੀ ਜਾਂਦਾ ਮੈਂ ਮੁਸਲਮਾਨ ਹੈ, ਕੋਈ ਕਹਿੰਦਾ ਮੈਂ ਸਿੱਖ ਹਾਂ, ਕੋਈ ਕਹਿੰਦਾ ਮੈਂ ਈਸਾਈ ਹਾਂ, ਚਲੋ ਜੋ ਵੀ ਹੈ, ਬੁੱਧਿਸਟ ਹੈ। ਉਹ ਕਹਿੰਦੇ ਕਿ ਤੂੰ ਏਦਾਂ ਨਾਮ ਤੇ ਰੱਖ ਲੈਣਾ, ਪਰ ਏਦਾਂ ਨਾਮ ਰੱਖਣ ਦੇ ਨਾਲ ਗੱਲ ਨਹੀਂ ਬਣਦੀ। ਇਹਨੂੰ ਮਗਰ ਤੱਕ ਪਹੁੰਚਣਾ ਪਵੇਗਾ ਜੋ ਅਸਲ ਦੇ ਵਿੱਚ ਉਹਨਾਂ ਗ੍ਰੰਥਾਂ ਦੇ ਵਿੱਚ ਲਿਖਿਆ ਹੈ। ਉਹ ਕਹਿੰਦੇ ਆ, ਇਹ ਲਿਖਿਆ ਹੈ ਕਿ ਬ੍ਰਾਹਮਣ ਉਹ ਆ ਜਿਹਦੀ ਅੰਨ ਦਿਨ ਲਿਵ ਲੱਗ ਗਈ ਹੈ ਪਰਮਾਤਮਾ ਦੇ ਨਾਲ, ਆਤਮਾ ਦੇ ਨਾਲ। ਦੇਖੋ ਆਪਣਾ ਮਨ ਤੇ ਲੋਕ ਜੁੜ ਜਾਂਦਾ ਹੈ। ਤੁਸੀਂ ਵੇਖੋਗੇ ਨਾ, ਜ਼ਿਆਦਾਤਰ ਲੋਕਾਂ ਦੇ ਜਿਨ੍ਹਾਂ ਦੇ ਮਨ ਜੁੜੇ ਨਾ, ਉਹ ਤੇ ਉਹ ਕਿਸੇ ਸਥਾਨ ਤੇ ਜਾਂ ਕਿਸੇ ਮਨੁੱਖ ਦੇ ਕੋਲ ਜਾਂਦੇ ਨੇ, ਹਨਾ। ਪਰ ਅਸਲ ਦੇ ਵਿੱਚ ਚੇਤਨਾ ਦੇ ਜੁੜਨ ਨੂੰ ਹੀ ਮਹੱਤਵਪੂਰਨ ਸਮਝਿਆ ਗਿਆ ਹੈ। ਗ੍ਰੰਥਾਂ ਦੇ ਵਿੱਚ ਤੁਸੀਂ ਜਿੰਨਾ ਵੀ ਤੁਸੀਂ ਖੋਜ ਪੜਤਾਲ ਕਰੋਗੇ, ਉਹਦੇ ਵਿੱਚ ਇੱਕ ਚੀਜ਼ ਬੜੀ ਕਲੀਅਰ ਦੱਸੀ ਆ ਕਿ ਤੇਰੀ ਚੇਤਨਾ ਦਾ ਉਸ ਬ੍ਰਹਮ ਦੀ ਚੇਤਨਾ ਦੇ ਨਾਲ ਮਿਲਣਾ, ਉਹਦੇ ਨਾਲ ਮਿਲਾਪ ਹੋਣਾ ਬੜਾ ਇੰਪੋਰਟੈਂਟ ਆ।
ਮਨ ਦਾ ਮਿਲਣ ਜਿਹੜਾ ਹੈ ਨਾ ਉਹ ਬਹੁਤ ਛੋਟਾ ਹੈ। ਤੁਹਾਨੂੰ ਵੀ ਪਤਾ ਹੈ ਮਨ ਕਿਸ ਲਈ ਮਿਲਦਾ ਹੈ। ਮਨ ਕਈ ਵਾਰੀ ਗਲਤ ਜਗ੍ਹਾ ਤੇ ਵੀ ਉਲਝ ਜਾਂਦਾ ਹੈ। ਔਰ ਉਸ ਬੰਦੇ ਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਵੀ ਕਰੋ ਕਿ ਬਈ ਇਹਦੇ 'ਚ ਤੇਰਾ ਭਲਾ ਨਹੀਂ ਹੈ, ਪਰ ਨਹੀਂ, ਉਹਦਾ ਮਨ ਮੰਨਦਾ ਹੀ ਨਹੀਂ। ਇਹਦੀ ਉਦਾਹਰਨ ਮੈਂ ਏਦਾਂ ਦੱਸ ਕੇ ਤੁਹਾਨੂੰ ਕਲੀਅਰ ਕਰਦਾ ਹਾਂ। ਜਿੱਦਾਂ ਇੱਕ ਬੰਦਾ ਨਸ਼ਾ ਕਰਦਾ ਹੈ, ਇੱਕ ਬੰਦਾ ਜੂਆ ਖੇਡਦਾ, ਉਹਦਾ ਮਨ ਉੱਥੇ ਜਾਂਦਾ ਹੈ, ਜਾਂ ਕੋਈ ਮਾੜਾ ਕੰਮ ਕਰਦਾ ਹੈ। ਉਹ ਜਿੰਨੀ ਤੁਸੀਂ ਮਰਜ਼ੀ ਕੋਸ਼ਿਸ਼ ਕਰਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ, ਉਹਨੇ ਤੁਹਾਡਾ ਵਿਚਾਰ ਨਹੀਂ ਸੁਣਨਾ। ਕਿਉਂ ਨਹੀਂ ਸੁਣਨਾ? ਦੇਖੋ, ਸੰਸਾਰ ਤੇ 3 ਕਿਸਮ ਦੇ ਲੋਕ ਨੇ। ਇਹ ਬਾਣੀ 'ਚ ਬਾਰ-ਬਾਰ ਉਸੇ ਗੱਲ ਦੀ ਚਰਚਾ ਕੀਤੀ ਗਈ ਹੈ, ਉਹ ਆਪ ਜੀ ਨਾਲ ਮੈਂ ਸਾਂਝਾ ਕਰਦਾ। ਪਹਿਲੀ ਕਿਸਮ ਦੇ ਲੋਕ ਜਿਹੜੇ ਹੁੰਦੇ ਨੇ, ਉਹ ਹੁੰਦੇ ਨੇ ਇੱਕ ਕੰਨ ਥਣੀ ਸੁਣਿਆ ਤੇ ਦੂਜੇ ਕੰਨ ਥਣੀ ਬਾਹਰ ਕੱਢਤਾ। ਸਮਝੇ? ਕੋਈ ਵੀ ਚੀਜ਼ ਉਹਦੇ ਅੰਦਰ ਗਈ, ਉਹਨੇ ਕੁਛ ਵੀ ਨਹੀਂ ਲਿਆ। ਮਤਲਬ ਜਸਟ ਪਾਈਪ ਦੇ ਵਾਂਗੂ ਉਹਦੇ ਅੰਦਰ ਚੀਜ਼ ਗਈ, ਦੂਜੀ ਸਾਈਡ ਤੇ ਕੱਢ, ਕੋਈ ਫਾਇਦਾ ਨਹੀਂ ਹੋਇਆ। ਇੱਕ ਹੋਰ ਕਿਸਮ ਦੇ ਇਨਸਾਨ ਹੁੰਦੇ ਨੇ, ਉਹ ਆਪਣੇ ਗਰੁੱਪ 'ਚ ਹੈਗੇ ਨੇ, ਉਹ ਵੀ ਵਿਚਾਰੇ ਇਸੇ ਕੈਟਾਗਰੀ 'ਚ ਆਉਂਦੇ ਨੇ। ਉਹਨਾਂ ਨੇ ਕੰਨ ਥਾਣੀ ਗੱਲ ਸੁਣਨੀ ਆ ਤੇ ਮੂੰਹ ਥਾਣੀ ਬਾਹਰ ਕੱਢ ਦੇਣੀ। ਉਹਨਾਂ ਦੂਜੇ ਨੂੰ ਦੱਸ ਦੇਣੀ ਆ, ਅੱਗੇ ਦੱਸੀ ਜਾਣਗੇ ਪਰ ਖੁਦ ਉਸ ਤੇ ਅਮਲ ਨਹੀਂ ਕਰਦੇ, ਹਨਾ। ਤੇ ਇੱਕ ਤੀਜੀ ਕਿਸਮ ਦੇ ਮਨੁੱਖ ਹੁੰਦੇ ਨੇ ਜੋ ਗੱਲ ਸੁਣਦੇ ਆ, ਆਪਣੇ ਅੰਦਰ ਹੀ ਉਹਨੂੰ ਰੋਕ ਦਿੰਦੇ। ਉਹ ਨਾ ਸੱਜੇ ਨਾ ਖੱਬੇ, ਨਾ ਕੰਨ ਚੋਂ ਬਾਹਰ ਕੱਢਦੇ, ਨਾ ਮੂੰਹ ਚੋਂ ਬਾਹਰ ਕੱਢਦੇ, ਉਹਨੂੰ ਆਪਣੇ ਜੀਵਨ 'ਚ ਲਾਗੂ ਕਰ ਦਿੰਦੇ। ਤੋ ਤੀਜੀ ਸ਼੍ਰੇਣੀ ਦੇ ਜਿਹੜੇ ਮਨੁੱਖ ਆ, ਸਭ ਤੋਂ ਮਹੱਤਰ ਉਹਨਾਂ ਨੂੰ ਇੱਜ਼ਤ ਮਿਲੀ ਹੈ, ਸੋਭਾ ਮਿਲੀ ਹੈ। ਗ੍ਰੰਥ ਵੀ ਖਾਸ ਕਰਕੇ ਉਹਨਾਂ ਮਨੁੱਖਾਂ ਦੇ ਲਈ ਹੀ ਰਚੇ ਗਏ ਨੇ ਜਿਹੜੇ ਇਸ ਗਿਆਨ ਨੂੰ ਹਜਮ ਕਰ ਲੈਂਦੇ ਨੇ। ਤੇ ਜਿਹੜੇ ਵਿਚਾਰੇ ਕਥਾਵਾਚਕ ਹੁੰਦੇ ਨੇ, ਉਹ ਜ਼ਿਆਦਾਤਰ ਵਿਚਾਰੇ ਇਹੋ ਹੀ ਹੁੰਦੇ ਨੇ, ਕੰਨੀ ਸੁਣ ਲਿਆ ਪਹਿਲਾਂ, ਫਿਰ ਮੂੰਹ ਚੋਂ ਬੋਲਣਾ ਸ਼ੁਰੂ ਕਰਤਾ। ਆਪ ਉਹਨੂੰ ਜ਼ਿੰਦਗੀ 'ਚ ਕੁਛ ਵੀ ਨਹੀਂ ਇੰਪਲੀਮੈਂਟ ਕੀਤਾ, ਕਿਉਂਕਿ ਉਹਨਾਂ ਦਾ ਜੀਵਨ ਬਿਲਕੁਲ ਉਲਟੀ ਦਿਸ਼ਾ ਦੇ ਵੱਲ ਹੁੰਦਾ ਹੈ। ਇਸ ਕਰਕੇ ਇਹ ਜਿਹੜੀ ਜਿੰਨੀ ਵੀ ਕਥਾ ਹੈ, ਸਾਰੀ ਉਹਨਾਂ ਮਨੁੱਖਾਂ ਦੇ ਲਈ ਹੈ ਜਿਹੜੇ ਪ੍ਰੋਪਰ ਉਸ ਰਸਤੇ ਤੇ ਚੱਲ ਰਹੇ ਨੇ। ਆਪਣੇ ਜੀਵਨ ਦੀ ਜਿਹੜੀ ਡੈਡੀਕੇਸ਼ਨ ਆ, ਉਹ ਕੇਵਲ ਆਤਮ ਤੱਤ ਨੂੰ ਸਮਰਪਣ ਕੀਤਾ ਹੈ। ਉਹਨਾਂ ਨੂੰ ਪਤਾ ਹੈ ਕਿ ਜਿਹੜਾ ਜੀਵਨ ਹੈ ਬਹੁਤ ਕੀਮਤੀ ਹੈ, ਔਰ ਉਹਦਾ ਇੱਕ ਇੱਕ ਪਲ ਉਹ ਪ੍ਰਾਈਜ਼ਲੈਸ ਆ। ਪ੍ਰਾਈਜ਼ਲੈਸ ਦਾ ਮਤਲਬ ਇੱਥੇ ਕੋਈ ਪੈਸਾ ਥੋੜੀ ਮਿਲਣਾ ਹੈ ਤੁਹਾਨੂੰ। ਇੱਥੇ ਮਤਲਬ ਇਹੋ ਹੀ ਆ ਕਿ ਹਰ ਦਿਨ ਉਹਨਾਂ ਨੂੰ ਮੌਕਾ ਮਿਲਦਾ ਹੈ ਔਰ ਉਹਦਾ ਸਹੀ ਪ੍ਰਯੋਗ ਕਰਦੇ ਨੇ। ਇਹੋ ਹੀ ਜੀਵਨ ਹੈ। ਹੁਣ ਦੇਖੋ, ਕਹਿੰਦੇ ਨੇ ਕਿ ਬ੍ਰਾਹਮਣ ਤੇਰਾ ਨਾਂ ਰੱਖਦਾ ਹੈ ਜਾਂ ਗੱਲ ਤੋਂ ਜਨੇਊ ਪਾਲਿਆ, ਤੂੰ ਬ੍ਰਾਹਮਣ ਨਹੀਂ ਹੈ। ਬ੍ਰਾਹਮਣ ਮਤਲਬ ਉਹੀ ਹੈ ਜਿਹੜਾ ਪ੍ਰਮਾਤਮਾ ਦੇ ਵਿੱਚ ਆਪਣੀ ਸੁਰਤੀ ਇਕਾਗਰ ਕਰਦਾ ਹੈ ਤੇ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ, ਜਿਹੜਾ ਹਰ ਦਿਨ ਭਗਤੀ ਕਰਦਾ ਹੈ। ਠੀਕ ਹੈ ਜੀ। ਜੋ ਸਭ ਅਗਲੀ ਤੁਕ, ਸਤਿਗੁਰ ਪੁੱਛੇ ਸੱਚ ਸੰਜਮ ਕਮਾਵੇ। ਹਾਂ, ਸਤਿਗੁਰ ਪੁੱਛੇ ਸੱਚ ਸੰਜਮ ਕਮਾਵੇ, ਹਉਮੈ ਰੋਗ ਤਿਸ ਜਾਏ। ਕਹਿੰਦੇ ਉਹ ਆਪਣਾ ਬ੍ਰਹਮ ਗਿਆਨੀਆਂ ਤੋਂ ਪੁੱਛ ਕੇ, ਬ੍ਰਹਮ ਗਿਆਨੀਆਂ ਸਤਿਗੁਰ ਪੁੱਛੇ ਦਾ ਕੀ ਮਤਲਬ ਆ ਵੀ ਬ੍ਰਹਮ ਗਿਆਨੀਆਂ ਦੇ ਅਨੁਸਾਰ ਜਿਹੜਾ ਹੈਗਾ ਉਹ ਸੱਚ ਨੂੰ ਕਮਾਉਂਦਾ ਆ। ਔਰ ਉਹ ਸੰਜਮ ਜਿਹੜਾ ਹੈਗਾ, ਜੋ ਗਿਆਨ ਦੱਸਦਾ ਹੈ, ਉਹ ਰਹਿਤ ਮਰਿਆਦਾ ਵੀ ਆਹ ਚੀਜ਼ ਧਾਰਨ ਕਰਨੀ ਆ, ਆਹ ਚੀਜ਼ ਛੱਡਣੀ ਆ ਜੀਵਨ ਦੇ ਵਿੱਚ, ਉਹ ਕੰਮ ਕਰਦਾ ਹੈ। ਉਹਦਾ ਫਿਰ ਹਉਮੈ ਦਾ ਰੋਗ ਜਿਹੜਾ ਹੈਗਾ ਜਾਂਦਾ ਹੈ ਭਾਈ। ਉਹ ਜਿਹੜਾ ਹੈਗਾ ਉਹ ਪ੍ਰਕਿਰਤੀ ਜਿਹੜੀ ਝੂਠ ਜਿਹੜਾ ਹੈਗਾ, ਇਹ ਮਾਇਕ ਜਿਹੜੇ ਹੈਗੇ ਪਦਾਰਥ ਜਿਹੜੇ ਹੈਗੇ ਆ, ਇਹ ਹੈਗਾ ਰੋਗ। ਇਸ ਦੀ ਪਕੜ ਜਿਹੜੀ ਹੈ ਢਿੱਲੀ ਹੁੰਦੀ ਹੈ। ਹਾਂਜੀ ਵੀਰ ਜੀ। ਮਾਈਕ ਨਹੀਂ ਖੁੱਲਾ ਜੀ ਗੁਰ। ਹਾਂਜੀ ਹਾਂ, ਨਿੱਜਰ ਸਾਹਿਬ ਮੈਡਮ ਆ ਗਈ ਜੋ, ਉਹਨੇ ਵੀ, ਮੈਂ ਇਹਨੂੰ ਕਈ ਵਾਰੀ ਸਮਝਾਉਂਦਾ ਕਿ ਮੈਡਮ ਗੁਰਬੀਰ 8 ਵਜੇ ਕਥਾ ਸ਼ੁਰੂ ਹੁੰਦੀ ਹੈ ਤੇ ਤੁਸੀਂ ਵਿੱਚ ਕੋਸ਼ਿਸ਼ ਨਾ ਕਰੋ, ਪਰ ਕੀ ਕਰੇ ਬੰਦਾ। ਠੀਕ ਹੈ ਜੀ। ਹੁਣ ਇੱਥੇ ਸਾਧ ਸੰਗਤ ਜੀ ਉਹ ਕਹਿੰਦੇ ਨੇ ਕਿ ਉਹ ਕੇਵਲ ਗੱਲਾਂ ਨਹੀਂ ਕਰਦੇ। ਉਹ ਤੁਹਾਨੂੰ ਦੱਸਿਆ ਨਾ, ਤੀਜੀ ਕੈਟਾਗਰੀ 'ਚ ਉਹਨਾਂ ਦਾ ਨਾਮ ਆਉਂਦਾ ਹੈ। ਜੋ ਸੁਣਿਆ ਉਹਨੂੰ ਕਮਾਈ ਕਰਨੀ ਹੈ। ਕਮਾਵੇ ਦਾ ਮਤਲਬ ਉਹ ਪ੍ਰੈਕਟੀਕਲ ਉਹ ਜੀਵਨ ਨੂੰ ਉਸੇ ਤਰ੍ਹਾਂ ਬਤੀਤ ਕਰਦੇ ਨੇ, ਕੇਵਲ ਗੱਲਾਂ ਦਾ ਕੜਾਹ ਨਹੀਂ ਬਣਾਉਂਦੇ। ਹੁਣ ਗੱਲਾਂ ਦਾ ਕੜਾਹ ਬਣਾਇਆ ਹੋਵੇ, ਮੈਂ ਤੁਹਾਨੂੰ ਦੇ ਦਾਂ, ਉਹਦਾ ਕੋਈ ਫਾਇਦਾ ਹੈਗਾ? ਉਹ ਤੇ ਜਦੋਂ ਤੁਸੀਂ ਅਸਲੀ ਕੜਾਹ ਖਾਵੋਗੇ ਉਦੋਂ ਹੀ ਤੁਹਾਡੇ ਪੇਟ ਦੇ ਵਿੱਚ ਕੁਝ ਪਹੁੰਚਣਾ ਹੈ। ਤੇ ਧਰਮ ਦੀਆਂ ਗੱਲਾਂ, ਰੱਬ ਦੀਆਂ ਗੱਲਾਂ, ਜਿਹੜੇ ਲੋਕ ਕੇਵਲ ਗੱਲਾਂ ਕਰਦੇ ਨੇ, ਉਹ ਕੇਵਲ ਗੱਲਾਂ ਦਾ ਕੜਾਹ ਹੈ।
ਤੇ ਗੱਲਾਂ ਦੇ ਕੜਾਹ ਦੇ ਨਾ ਤੇ ਉਹਦਾ ਭਰਨਾ ਵਿਚਾਰੇ ਦਾ ਜਿਹੜਾ ਕਰ ਰਿਹਾ ਤੇ ਨਾ ਉਹਦਾ ਭਰਨਾ ਹੈ ਜਿਹੜਾ ਸੁਣ ਰਿਹਾ। ਹਾਂ ਹਾਂਜੀ ਨਿਜਾ ਸਾਹਿਬ ਅੱਗੇ ਚੱਲੋ। ਹਾਂਜੀ ਹਾਂਜੀ ਹਰ ਗੁਣ ਗਾਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ। ਉਹ ਪਰਮੇਸ਼ਰ ਦੇ ਗੁਣ ਜਿਹੜਾ ਹੈਗਾ ਉਹਦਾ ਗਿਆਨ ਕੀ ਹੁੰਦਾ ਹੈ? ਪਰਮੇਸ਼ਰ ਦੇ ਗੁਣ ਜਿਹੜਾ ਹੈਗਾ ਗਾਉਂਦਾ ਹੈ। ਗਾਉਣਾ ਕੀ ਮਤਲਬ ਵੀ ਪਰਮੇਸ਼ਰ ਦੇ ਗੁਣਾਂ ਦੀ ਜਾਣਕਾਰੀ ਲੈਂਦਾ। ਕਿਹੜੇ ਗੁਣ ਆ? ਸਤ, ਸੰਤੋਖ, ਦਇਆ, ਧਰਮ, ਧੀਰਜ, ਆਹ ਗੁਣ ਲੈਂਦਾ ਹੈ। ਇਹ ਗੁਣ ਔਰ ਇਹ ਗੁਣਾਂ ਨੂੰ ਇਕੱਠੇ ਕਰਦਾ ਹੈ, ਆਪਣੇ ਅੰਦਰ ਧਾਰਦਾ ਹੈ। ਜੋਤੀ ਜੋਤ ਮਿਲਾਏ, ਉਸ ਦੀ ਜੋਤ ਜਿਹੜੀ ਹੈਗੀ ਆ ਉਹ ਮਾਲਕ ਪਰਮਾਤਮਾ ਦੀ ਜੋਤ ਦੇ ਵਿੱਚ ਮਿਲ ਜਾਂਦੀ ਹੈ। ਇਸ ਤਰੀਕੇ ਦੇ ਨਾਲ ਭਾਈ ਆਤਮ ਤੀਰਥ 'ਤੇ ਨਿਵਾਸ ਕਰ ਸਕਦੇ ਹਾਂ ਆਪਾਂ। ਆਹ ਕੰਡੀਸ਼ਨ ਹੈਗੀ ਆ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਸਮਾਏ। ਕਹਿੰਦੇ ਯੁੱਗ ਦੇ ਵਿੱਚ ਭਾਈ ਇਸ ਸੰਸਾਰ ਦੇ ਵਿੱਚ ਬਹੁਤ ਹੀ ਟਾਵੇਂ ਕੋ ਵਿਰਲਾ ਬ੍ਰਹਮ ਗਿਆਨੀ, ਕੋਈ ਟਾਵਾਂ ਜਿਹੜਾ ਹੈਗਾ ਬ੍ਰਹਮ ਗਿਆਨੀ ਹੁੰਦਾ ਜੇ ਹਉਮੈ ਮੇਟ ਸਮਾਏ, ਜਿਹੜਾ ਕਿ ਆਪਣੀ ਹਉਮੈ ਨੂੰ ਵਰਕਆਊਟ ਕਰਕੇ ਹਉਮੈ ਨੂੰ ਮਿਟਾ ਕੇ ਜਿਹੜਾ ਹੈਗਾ ਧਿਆਨ ਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਵਿੱਚ ਆਤਮਾ ਦੇ ਵਿੱਚ ਸਮਾ ਕੇ ਆਤਮ ਤੀਰਥ 'ਤੇ ਰਹਿੰਦਾ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ ਜੇ ਅਨਦਿਨ ਹਰ ਨਾਮ 'ਤੇ ਆਏ। ਔਰ ਕਹਿੰਦੇ ਜਿਹੜਾ ਇਸ ਪਾਸੇ ਜਿਹੜਾ ਹੈਗਾ ਲੱਗਿਆ ਹੋਇਆ ਆ, ਇਹ ਅਨਦਿਨ ਜਿਹੜਾ ਹੈਗਾ ਧਿਆਨ ਸਿਮਰਨ ਕਰਦਾ ਆ, ਕਹਿੰਦੇ ਉਸ ਨੂੰ ਮਿਲਣ ਦੇ ਨਾਲ ਵੀ ਜਿਹੜਾ ਹੈਗਾ ਆਪਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹ ਸੱਚ ਦੇ ਨਾਲ ਲੱਗਿਆ ਹੈ। ਸੱਚ ਹਮੇਸ਼ਾ ਜਿਹੜਾ ਹੈਗਾ ਅੰਦਰ ਜਿਹੜਾ ਹੈਗਾ ਆਤਮਿਕ ਸੁਖ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਉਹ ਕਹਿ ਰਹੇ ਨੇ ਕਿ ਉਹ ਜਦੋਂ ਆਪਣੇ ਜੀਵਨ 'ਚ ਉਹ ਸੰਜਮ ਲਿਆਉਂਦਾ ਹੈ, ਸੱਚ ਨੂੰ ਲੈ ਕੇ ਆਉਂਦਾ ਹੈ, ਫਿਰ ਇਹਦੀ ਕਮਾਈ ਕਰਦਾ ਹੈ। ਕਮਾਈ ਦਾ ਮਤਲਬ ਜਿੱਦਾਂ ਆਪਾਂ ਮਜ਼ਦੂਰੀ ਕਰਦੇ ਹਾਂ ਨਾ, ਤੇ ਤਾਂ ਹੀ ਤੇ ਪੈਸੇ ਤੁਹਾਡੇ ਘਰ ਆਉਂਦੇ। ਉਹਦਾ ਬੈਂਕ 'ਚ ਕੌਣ ਤੁਹਾਡੇ ਖਾਤੇ 'ਚ ਪੈਸੇ ਜਮ੍ਹਾਂ ਕਰਾਏਗਾ? ਉਦੋਂ ਹੀ ਹੋਣਗੇ ਜਦੋਂ ਤੁਸੀਂ ਕੁਝ ਕੀਤਾ ਹੈ, ਕੁਝ ਮਿਹਨਤ ਕੀਤੀ ਹੈ, ਫਿਰ ਤੁਹਾਡੀ ਜਿਹੜੀ ਤਨਖਾਹ ਹੈ ਉਹ ਤੁਹਾਡੇ ਅਕਾਊਂਟ 'ਚ ਆ ਜਾਂਦੀ। ਠੀਕ ਹੈ। ਤੇ ਇਸੇ ਤਰ੍ਹਾਂ ਉਹ ਜਿਹੜਾ ਇਨਸਾਨ ਹੈ, ਜਿਹੜਾ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਦਾ ਮਤਲਬ ਕੋਈ ਵੀ ਉਹ ਮਨੁੱਖ ਜਿਹੜਾ ਅਪਰਮ ਤੱਤ ਦੇ ਵੱਲ ਗਤੀ ਕਰਦਾ ਹੈ, ਚਾਹੇ ਉਹ ਪਹਿਲੀ ਕਲਾਸ 'ਚ ਹੈ ਚਾਹੇ ਦੂਜੀ 'ਚ ਹੈ। ਹੁਣ ਤੁਹਾਨੂੰ ਪਤਾ ਇੱਕਦਮ ਤੇ ਡਿਗਰੀ ਮਿਲਦੀ ਨਹੀਂ ਹੈ, ਉਹਦੇ ਲਈ ਤੁਹਾਨੂੰ ਲਗਾਤਾਰ ਉਸ ਡਾਇਰੈਕਸ਼ਨ ਦੇ ਵੱਲ ਗਤੀ ਕਰਨੀ ਪੈਂਦੀ ਹੈ। ਫਿਰ ਹੌਲੀ ਹੌਲੀ ਕਰਕੇ ਬ੍ਰਹਮ ਗਿਆਨੀ ਦੀ ਜਿਹੜੀ ਮੰਜ਼ਿਲ ਹੈ ਉਹ ਤੁਹਾਡੇ ਕਰੀਬ ਆ ਜਾਂਦੀ ਹੈ। ਵੈਸੇ ਸਾਡਾ ਮਾਰਗ ਵੀ ਉਹੀ ਹੈ। ਆਖਰ ਦੇ ਵਿੱਚ ਜਿੰਨਾ ਚਿਰ ਤੱਕ ਬੰਦਾ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ ਉਹਨਾਂ ਚਿਰ ਤੱਕ ਬ੍ਰਹਮ ਲੀਨ ਨਹੀਂ ਹੋ ਸਕਦਾ। ਠੀਕ ਹੈ ਜੀ। ਹੁਣ ਇੱਥੇ ਉਹ ਕਹਿ ਰਹੇ ਨੇ ਕਿ ਹਰ ਗੁਣ ਗਾਵੇ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ। ਸਭ ਤੋਂ ਪਹਿਲਾਂ ਉਹ ਕਹਿ ਰਹੇ ਨੇ ਕਿ ਇਕੱਠੇ ਕਰਦਾ ਹੈ। ਹੁਣ ਗੁਣ ਜਿਹੜੇ ਹੁੰਦੇ ਆ, ਗੁਣ ਦਾ ਮਤਲਬ ਇਹੋ ਹੀ ਹੈ ਕਿ ਚੰਗੇ ਗੁਣ, ਸੱਚ ਹੁਣ ਸੱਚ ਬੋਲਣਾ, ਸੰਜਮ 'ਚ ਰਹਿਣਾ, ਮਾਫ ਕਰ ਦੇਣਾ। ਨਿੱਜਰ ਸਾਹਿਬ ਇਹ ਸਾਰੇ ਗੁਣ ਹੀ ਆ। ਬਿਲਕੁਲ। ਇਮਾਨਦਾਰੀ, ਵਫਾਦਾਰੀ, ਅਗਲਾ ਕਰੇ ਨਾ ਕਰੇ, ਤੁਸੀਂ ਤੇ ਇਮਾਨਦਾਰ ਜੋ ਨਾ ਯਾਰ। ਹੁਣ ਇਹ ਥੋੜੀ ਕਿ ਸਾਰੀ ਦੁਨੀਆ ਹੀ, ਇੱਥੇ ਦੁਨੀਆ ਤੇ ਬਹੁਤ ਲੋਕ ਨੇ ਉਹ ਭਗਤੀ ਭੁਗਤੀ ਕੁਝ ਨਹੀਂ ਕਰਦੇ, ਪਰ ਉਹ ਬਹੁਤ ਇਮਾਨਦਾਰ ਨੇ, ਬੜਾ ਵਧੀਆ ਉੱਚਾ ਜੀਵਨ ਉਹਨਾਂ ਦਾ। ਹੋ ਸਕਦਾ ਹੈ ਕਿ ਉਹ ਬਹੁਤੇ ਧਾਰਮਿਕ ਸਥਾਨਾਂ ਤੇ ਨਾ ਜਾਂਦੇ ਹੋਣ, ਪਰ ਉਹ ਬ੍ਰਹਮ ਗਿਆਨੀ ਆ ਜਿਹੜਾ ਬੇਈਮਾਨੀ ਤੋਂ ਪਰੇ ਹੈ, ਜਿਹਦਾ ਜੀਵਨ ਇੱਕ ਬਹੁਤ ਪਵਿੱਤਰ ਨਦੀ ਦੇ ਵਾਂਗੂ ਚੱਲ ਰਿਹਾ ਹੈ, ਜੋ ਮਾੜੀ ਚੀਜ਼ ਘਰੇ ਨਹੀਂ ਲੈ ਕੇ ਆਉਂਦਾ। ਤੇ ਏਦਾਂ ਦੇ ਲੋਕ ਹੈਗੇ ਨੇ, ਤਾਈਓ ਤੇ ਧਰਤੀ ਤੇ ਬੈਲੈਂਸ ਬਣਿਆ। ਇਹ ਥੋੜੀ ਕਿ ਸਾਰੇ ਚੋਰ ਹੀ ਇਕੱਠੇ ਹੋ ਜਾਂਦੇ ਆ। ਹੁਣ ਇੱਥੇ ਦੇਖੋ ਫਿਰ ਉਹ ਕੀ ਕਰਦੇ ਨੇ, ਕਹਿੰਦੇ ਜੋਤੀ ਜੋਤ ਮਿਲਾਏ। ਇੱਥੇ ਚੇਤਨਾ ਦੀ ਗੱਲ ਕੀਤੀ ਗਈ ਹੈ, ਆਪਣੀ ਚੇਤਨਾ ਨੂੰ ਬ੍ਰਹਮ ਦੇ ਵਿੱਚ ਮਿਲਾ ਦੇਣਾ। ਹੁਣ ਇੱਕ ਬਾਣੀ ਦੀ ਤੁਕ ਆਉਂਦੀ ਹੈ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਤੱਕ ਤੁਸੀਂ ਆਪਣੀ ਖੋਜ ਪੜਤਾਲ ਨਹੀਂ ਕਰਦੇ, ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਧਰਮ ਧਿਆਨ ਦੇ ਵਿੱਚ ਦੇਖ ਨਹੀਂ ਲੈਂਦੇ, ਉਹਨਾਂ ਚਿਰ ਤੱਕ ਸਾਡੀ ਜਿਹੜੀ ਅਗਿਆਨਤਾ ਦੀ ਜਿਹੜੀ ਕਾਈ ਆ, ਮਾਇਆ ਦੇ ਨਾਲ ਜਿਹੜਾ ਮੋਹ ਚਿੰਬੜਿਆ ਹੈ, ਉਹਦੀ ਕਾਈ ਮਿਟ ਨਹੀਂ ਸਕਦੀ। ਉੱਪਰ ਹੈਗੀ ਆ,
ਪਰ ਥੱਲੇ ਜਿਹੜਾ ਮੇਨ ਤੱਤ ਵੀ ਹੈਗਾ, ਕਾਈ ਏਦਾਂ ਉੱਤੇ ਕਵਰ ਨਹੀਂ ਕਰ ਲੈਂਦੀ। ਵੇਖਿਆ ਭਰਮ ਦੀ ਕਾਈ, ਕਾਈ ਦਾ ਮਤਲਬ ਛੱਪੜ ਤੇ ਕਾਈ ਆ ਜਾਂਦੀ ਹੈ, ਤੁਸੀਂ ਵੇਖਿਆ ਹੋਵੇ, ਜਿਹਨੂੰ ਹਰੀ ਹਰੀ ਜੀ ਕਾਈ ਆ ਜਾਂਦੀ ਆ। ਫਿਰ ਥੱਲੇ ਭਾਵੇਂ ਪਾਣੀ ਆ, ਪਰ ਪਾਣੀ ਨੂੰ ਉਹ ਦਿਖਣ ਨਹੀਂ ਜੋ ਦਿੰਦੀ, ਕਵਰ ਕਰਕੇ ਰੱਖਦੀ। ਇਸੇ ਤਰ੍ਹਾਂ ਬਾਣੀ ਕਹਿੰਦੀ ਹੈ, ਜਿੰਨਾ ਚਿਰ ਤੱਕ ਤੂੰ ਆਪਣੇ ਆਪ ਦਾ ਤੂੰ ਗਿਆਨ ਨਹੀਂ ਪ੍ਰਾਪਤ ਕਰ ਲੈਂਦਾ, ਆਪਣੇ ਆਪ ਨੂੰ ਲੱਭ ਨਹੀਂ ਲੈਂਦਾ, ਤੂੰ ਕੀ ਹੈ? ਤੂੰ ਜੋ ਹੈਗਾ ਵਾ ਉਹ ਕਾਈ, ਕਾਈ ਜਿਹੜੀ ਭਰਮ ਦੀ ਹੈ ਤੇਰੇ ਤੇ ਚਿੰਬੜ ਗਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਇਹ ਮਿਟ ਨਹੀਂ ਸਕਦੀ। ਪਹਿਲਾਂ ਤੈਨੂੰ ਆਪਣੇ ਆਪ ਨੂੰ ਲੱਭਣਾ ਪਊਗਾ, ਉਹਦੇ ਲਈ ਭਗਤੀ ਕਰਨੀ ਪਊਗੀ, ਫਿਰ ਸੱਚ ਤੇ ਸੰਤੋਖ ਤੇ ਤੈਨੂੰ ਚੱਲਣਾ ਪਵੇਗਾ। ਫਿਰ ਹੌਲੀ ਹੌਲੀ ਕਰਕੇ ਇੱਕ ਸਮਾਂ ਆਊਗਾ ਜਦੋਂ ਤੂੰ ਥੋੜੀ ਗਤੀ ਕੀਤੀ ਨਾ, ਤੇ ਤੇਰੇ ਜੀਵਨ 'ਚ ਜਿਹੜੀ ਭਰਮ ਦੀ ਕਾਈ ਹੈ ਉਹ ਮਿਟ ਜੇਗੀ। ਮੁਸ਼ਕਲ ਕੰਮ ਨਹੀਂ ਹੈਗਾ। ਪਰ ਜੇਕਰ ਮੈਂ ਇੱਥੇ ਪਹਿਲਾਂ ਸੋਚਾਂ ਕਿ ਪਹਿਲਾਂ ਕਾਈ ਮਿਟ ਜੇ ਫਿਰ ਮੈਂ ਚੱਲਾਂ, ਇਹ ਤਾਂ ਪੋਸੀਬਲ ਨਹੀਂ ਹੈਗਾ। ਤੁਹਾਨੂੰ ਪਹਿਲਾਂ ਚੱਲਣਾ ਪਊਗਾ। ਇਹ ਦੇਖੋ, ਕਾਈ ਪਹਿਲਾਂ ਨਹੀਂ ਮਿਟ ਗਈ, ਪਹਿਲਾਂ ਚੱਲਣਾ ਪੈਣਾ ਹੈ। ਕਾਈ ਬਾਅਦ 'ਚ ਮਿਟਣੀ ਹੈ। ਜਿੱਦਾਂ ਆਪਾਂ ਦਵਾਈ ਖਾਂਦੇ ਆ, ਫਿਰ ਉਸ ਤੋਂ ਬਾਅਦ ਸਾਨੂੰ ਤੰਦਰੁਸਤੀ ਮਿਲਦੀ ਹੈ। ਤੰਦਰੁਸਤੀ ਪਹਿਲਾਂ ਨਹੀਂ ਮਿਲਦੀ, ਫਿਰ ਦਵਾਈ ਖਾਣ ਦੀ ਕੀ ਲੋੜ ਪਈ? ਸਹੀ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਉਸੇ ਗੱਲ ਨੂੰ ਸਮਝਾਉਂਦੇ ਨੇ ਅੱਗੇ। ਫਿਰ ਅਗਲੇ ਬੰਨੇ ਕਹਿੰਦੇ ਆ ਕਿ ਕਾਈ ਨੂੰ ਮਿਟਾਉਣ ਵਾਸਤੇ ਕੋਈ ਜ਼ਿਆਦਾ ਭੀੜ ਵੀ ਨਹੀਂ ਹੈਗੀ। ਇਸ ਜਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਮਾਏ। ਹੁਣ ਕਹਿੰਦੇ ਵਿਰਲਾ ਵਾ, ਵਿਰਲਾ ਮੀਨੀ ਆਪਾਂ ਵੀ ਕਹਿ ਦਿੰਦੇ ਆ ਯਾਰ ਕਣਕ ਬਹੁਤ ਵਿਰਲੀ ਹੈ, ਮਤਲਬ ਸੰਘਣੀ ਨਹੀਂ ਹੈ, ਵਿਰਲੀ। ਹੁਣ ਕਈਆਂ ਨੂੰ ਕਹਿ ਵੀ ਦੇਈਦਾ ਕਿ ਇਹ ਜਿਹੜੀ ਚੀਜ਼ ਯਾਰ ਉਹ ਵਿਰਲੀ ਆ, ਘੱਟ ਆ। ਹੁਣ ਉਹ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਆ, ਇੱਥੇ ਬਹੁਤ ਘੱਟ ਲੋਕ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ 4 ਉਦਾਸੀਆਂ ਕੀਤੀਆਂ। ਆਪ ਜਸਟ ਸੋਚੋ, ਜੇਕਰ ਉਹਨਾਂ ਨੂੰ ਉਸ ਮਾਰਗ ਤੇ ਚੱਲਣ ਵਾਲੇ ਲੋਕ ਮਿਲ ਜਾਂਦੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਦਾਸੀਆਂ ਕਰਨ ਦੀ ਲੋੜ ਨਹੀਂ ਸੀ। ਹਾਂ, ਇੱਥੇ ਪਿੰਡ ਵਾਲਿਆਂ ਨੂੰ ਗਿਆਨ ਕਰਾਉਂਦੇ ਤੇ ਪਿੰਡ ਵਾਲਿਆਂ ਨੇ ਆਪਣੇ ਆਪ ਹੀ ਦੂਜੇ ਪਿੰਡਾਂ ਨੂੰ ਕਰਾ ਦੇਣਾ ਸੀ। ਨਿੱਜਰ ਸਾਹਿਬ ਬਿਲਕੁਲ। ਦੇਖੋ ਕਿੱਥੇ ਕਿੱਥੇ ਮੱਕਾ ਮਦੀਨੇ ਤੱਕ ਗਏ, ਲੰਕਾ ਤੱਕ ਗਏ, ਕਿੱਥੇ ਕਿੱਥੇ ਜਿਹੜੇ ਹੈਗੇ ਜਾ ਇੰਨੀ ਦੂਰ ਦੂਰ ਜਾ ਕੇ ਉਹਨਾਂ ਨੇ ਟਾਵੇਂ ਬੰਦੇ ਜੀਵਨ ਦੇ ਵਿੱਚ ਜਿਹੜੇ ਆਏ ਆ, ਉਹਨਾਂ ਦੇ ਜਿਨ੍ਹਾਂ ਨੂੰ ਜਿਹੜਾ ਹੈਗਾ ਜਿਨ੍ਹਾਂ ਦਾ ਮਨ ਪਰਿਵਰਤਿਤ ਹੋ ਗਿਆ। ਨਹੀਂ ਤਾਂ ਆਮ ਲੋਕੀ ਤਾਂ ਜਿਹੜੇ ਹੈਗੇ ਉਹ ਤਾਂ ਐਂਟੀ ਸੀਗੇ। ਹਾਂਜੀ, ਇਹ ਨਿੱਜਰ ਸਾਹਿਬ ਪਤਾ ਕੀ ਹੁੰਦਾ ਕਿ ਜਦੋਂ ਬੰਦੇ ਨੂੰ ਆਤਮ ਗਿਆਨ ਪ੍ਰਾਪਤ ਹੋ ਜਾਂਦਾ ਨਾ, ਤੇ ਉਹਦੀ ਕੋਸ਼ਿਸ਼ ਇਹ ਹੁੰਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜੜਾਈਆਂ, ਦੇਖੋ ਸਾਧ ਸੰਗਤ ਜੀ, ਰੱਬ ਜਾਣਦਾ ਅਸੀਂ ਸਾਡੀ ਕੀ ਮਨੋਰਥ ਹੈ, ਅਸੀਂ ਕੀ ਸੋਚ ਰੱਖ ਕੇ ਬੈਠੇ। ਇਹ ਜਿਹੜਾ ਗਿਆਨ ਹੈ ਨਾ, ਇਹਨੂੰ ਗਿਆਨ ਨੂੰ ਅੱਗੇ ਕਿਸੇ ਨੂੰ ਤੱਕ ਪਹੁੰਚਾਉਣਾ ਬੜਾ ਇੰਪੋਰਟੈਂਟ ਹੈ। ਹੁਣ ਜਿੱਦਾਂ ਰੁੱਖ ਹੁੰਦੇ ਆ, ਵੇਖੋ ਕਈ ਰੁੱਖ ਤੁਸੀਂ ਵੇਖਿਆ ਮਾਈ ਬੁੱਢੀ ਲੱਗੀ ਹੁੰਦੀ ਹੈ, ਉਹ ਮਾਈ ਬੁੱਢੀ ਕੀ ਉਹਦੇ ਚ ਬੀਜ ਹੁੰਦਾ। ਉਹ ਰੁੱਖ ਆਪਣੇ ਆਪ ਹੀ ਉਸ ਬੀਜ ਨੂੰ ਬੜੀ ਦੂਰ ਤੱਕ ਭੇਜਣ ਦੀ ਕੋਸ਼ਿਸ਼ ਕਰਦਾ ਹੈ ਨਿੱਜਰ ਸਾਹਿਬ, ਅਰੂੰ ਦੇ ਥਰੂ। ਬਿਲਕੁਲ। ਹੁਣ ਇਹਦਾ ਗਿਆਨ ਆ, ਦੇਖੋ ਜਿਸ ਤਰ੍ਹਾਂ ਬੁਰਾਈ ਫੈਲਦੀ ਹੈ ਨਾ, ਬੁਰਾਈ ਵੇਖੋ ਇੱਕ ਬੰਦਾ ਬੁਰਾ ਹੋਊ ਤੇ ਦੂਜੇ ਨੂੰ ਆਪਣੇ ਵੱਲ ਖਿੱਚ ਲੈਂਦਾ। ਜਿੱਦਾਂ ਬੰਦਾ ਇੱਕ ਚਿੱਕੜ ਚ ਵੜਿਆ ਹੋਵੇ, ਉਹ ਕਹਿੰਦਾ ਤੂੰ ਹੀ ਆ ਜਾ, ਚਿੱਕੜ ਬਹੁਤ ਵਧੀਆ। ਬੇਸ਼ੱਕ ਉਹ ਦੁਖੀ ਹੋਵੇ ਪਰ 2-4 ਹੋਰ ਇਕੱਠੇ ਕਰ ਲੈਂਦਾ। ਜਿੱਦਾਂ ਨਸ਼ਾ ਕਰਨ ਵਾਲਾ ਬੰਦਾ ਹੁੰਦਾ, ਵੇਖੋ ਇਹਨਾਂ ਨੂੰ ਕਿੱਦਾਂ ਉਹ 4-5-6 ਬੰਦਿਆਂ ਦੀ ਮੰਡਲੀ ਘੁੰਮਦੀ। ਕਿਉਂ ਘੁੰਮਦੀ ਹੈ? ਕਿਉਂਕਿ ਉਹ ਮਨ ਦੇ ਤੌਰ ਤੇ ਸ਼ਾਂਤ ਹੋ ਜਾਂਦੇ ਆ ਕਿ ਮੈਂ ਇਕੱਲਾ ਨਹੀਂ ਡੁੱਬ ਰਿਹਾ, ਮੇਰੇ ਨਾਲ 7-8 ਬੰਦੇ ਹੋਰ ਵੀ ਹੈਗੇ। ਇਸ ਕਰਕੇ ਉਹ ਆਪਣੀ ਮੰਡਲੀ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ। ਇਸੇ ਹੀ ਤਰ੍ਹਾਂ ਇਸੇ ਫਾਰਮੂਲੇ ਨੂੰ ਜਦੋਂ ਕੋਈ ਆਤਮ ਗਿਆਨੀ ਮਨੁੱਖ ਆਤਮਾ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ, ਫਿਰ ਉਹ ਕੀ ਕੋਸ਼ਿਸ਼ ਕਰਦਾ ਹੈ ਕਿਸੇ ਵੀ ਤਰੀਕੇ ਨਾਲ, ਕਿਉਂਕਿ ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਜਿਹੜਾ ਤੂੰ ਗਿਆਨ ਜਾਣਿਆ ਹੈ, ਤੂੰ ਸੱਚ ਨੂੰ ਜਾਣਿਆ, ਤੂੰ ਸੱਚ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ, ਜੋ ਸੁੱਖ ਤੂੰ ਲਿਆ ਹੈ ਤੈਨੂੰ ਦੱਸਣਾ ਪੈਣਾ ਅਗਲੇ ਬੰਨੇ। ਬਹੁਤ ਜ਼ਿਆਦਾ ਲੋਕ, ਪਹਿਲੀ ਗੱਲ ਤੇ ਇਹ ਗਿਆਨ ਬਹੁਤ ਥੋੜੇ ਲੋਕਾਂ ਨੂੰ ਪ੍ਰਾਪਤ ਹੁੰਦਾ ਹੈ, ਫਿਰ ਜ਼ਿਆਦਾਤਰ ਲੋਕ ਨਾ ਚੁੱਪ ਹੋ ਜਾਂਦੇ ਹੋ। ਕਬੀਰ ਸਾਹਿਬ ਵੀ ਕਹਿੰਦੇ ਕਿ ਐਵੇਂ ਪੋਟਲੀ ਖੋਲਣ ਦਾ ਫਾਇਦਾ ਕੋਈ ਨਹੀਂ, ਕਿਉਂਕਿ ਇਹਦਾ ਵਪਾਰੀ ਨਹੀਂ ਹੈਗਾ। ਥਾਂ ਖੋਲੇਗਾ। ਹੁਣ ਇੱਥੇ ਮੈਂ ਕਿਸੇ ਨੂੰ ਇੱਥੇ ਕੋਈ ਮਹਿੰਗੀ ਚੀਜ਼ ਦੇਵਾਂ, ਹੁਣ ਅਗਲੇ ਬੰਨੇ ਲੋਹਾ ਭੰਡਾਰ ਹੋਏ, ਕੋਈ ਗੰਢੇ ਵੇਚਣ ਵਾਲਾ, ਕੋਈ ਕਬਾੜੀਆ ਹੋਵੇ, ਤੇ ਉਹਨੂੰ ਕੀ ਪਤਾ ਹੈ ਕੀ ਚੀਜ਼ ਹੈਗੀ। ਇਸੇ ਤਰ੍ਹਾਂ ਬਾਣੀ ਕਹਿੰਦੀ ਕਿ ਵੀ ਅਗਲੇ ਬੰਨੇ ਜਿਹਨੂੰ ਤੂੰ ਦੇ ਰਿਹਾ ਪਹਿਲਾਂ ਦੇਖ ਉਹਦੀ ਪਾਤਰਤਾ ਹੈਗੀ ਹੈ। ਇਸੇ ਤਰ੍ਹਾਂ ਗੁਰੂਕੁਲਾਂ ਦੇ ਵਿੱਚ ਨਾ ਬੜਾ ਪਹਿਲਾਂ ਹੁੰਦਾ ਸੀ ਸਿਸਟਮ। ਉਹ ਕੀ ਕਰਦੇ ਸੀ ਕਿ ਪਹਿਲਾਂ ਕਹਿੰਦੇ ਸੀ ਤੁਸੀਂ ਇੱਥੇ ਆ ਕੇ ਸਾਡੇ ਕੋਲ ਗਿਆਨ ਪ੍ਰਾਪਤ ਕਰੋ, ਫਿਰ ਗਿਆਨ ਦੇ ਵਿੱਚ ਉਹਨਾਂ ਦੀ ਪ੍ਰੀਖਿਆ ਲੈਣੀ, ਪ੍ਰੀਖਿਆ ਲਈ ਜਾਣੀ, ਔਰ ਜੋ ਅੱਧੇ ਭੱਜ ਜਾਣੇ।
ਹੁਣ ਜਿਹੜੇ 2-4 ਰਹਿ ਜਾਣੇ ਆ ਫਿਰ ਉਹਨਾਂ ਨੂੰ ਗੁਰੂ ਨੇ ਗਿਆਨ ਕਰਾ ਦੇਣਾ। ਹੁਣ ਤੇ ਤੁਸੀਂ ਸੋਚੋ ਕਿ ਆਹ ਗਿਆਨ ਬਹੁਤ ਉੱਚ ਕੋਟੀ ਦਾ ਆਪਾਂ ਨੂੰ ਗੁਰੂ ਦੇ ਫ੍ਰੀ ਚ ਦੇ ਰਹੇ ਨੇ। ਫਿਰ ਉਹਨਾਂ ਨੇ ਫਿਰ ਦੇਖਿਆ ਕਿ ਹੁਣ ਕਈ ਵਾਰੀ ਏਦਾਂ ਦਾ ਬੰਦਾ ਹੀ ਅਵੇਲੇਬਲ ਨਹੀਂ ਹੁੰਦਾ ਜਿਹੜਾ ਅੱਗੇ ਗਿਆਨ ਨੂੰ ਟਰਾਂਸਫਰ ਕਰ ਸਕੇ। ਫਿਰ ਉਹਨਾਂ ਨੇ ਕੀ ਕੀਤਾ ਕਿ ਗ੍ਰੰਥ ਲਿਖਤੇ ਕਿ ਬੰਦੇ ਅਵੇਲੇਬਲ ਨਹੀਂ ਹੈਗੇ, ਕੋਈ ਬੰਦਾ ਪੜ੍ਹ ਕੇ ਵੀ ਜਿਹਦੇ ਅੰਦਰ ਹੈਗੀ ਇੱਛਾ ਉਹ ਪੜ੍ਹ ਕੇ ਵੀ ਗਿਆਨ ਨੂੰ ਪ੍ਰਾਪਤ ਕਰ ਲੇ। ਇਹੋ ਹਿਸਾਬ ਸਾਡਾ ਹੈ। ਸਾਡੇ ਲਈ ਉਹ ਮੈਸੇਜ ਦੇ ਗਏ ਨੇ, ਸਾਨੂੰ ਲਿਖ ਕੇ ਦੇ ਗਏ ਨੇ। ਕੋਈ ਨਾ ਕੋਈ ਪੜ੍ਹ ਕੇ ਇਸ ਮੈਸੇਜ ਨੂੰ ਅੰਡਰਸਟੈਂਡ ਕਰੇ। ਕੇਵਲ ਪੜ੍ਹ ਕੇ ਕੰਨਾਂ ਥਣੀ ਬਾਹਰ ਨਾ ਕੱਢ ਦੇ, ਕੇਵਲ ਸੁਣ ਕੇ ਨਾ ਬਾਹਰ ਕੱਢ ਦੇ। ਇਹ ਨਾ ਹੋਵੇ ਕਿ ਏਦਾਂ ਹੀ ਜੀਵਨ ਬਤੀਤ ਕਰੇ, ਇਹਨੂੰ ਹਜਮ ਕਰ ਲੇ। ਜਿੱਦਾਂ ਆਪਾਂ ਰੋਟੀ ਖਾਂਦੇ ਹਾਂ ਨਾ, ਆਪਣੇ ਢਿੱਡ 'ਚ ਜਾ ਕੇ ਕੰਮ ਕਰਦੀ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਸੱਚ ਤੇ ਚੱਲਣਾ ਸ਼ੁਰੂ ਕੀਤਾ ਆਟੋਮੈਟਿਕਲੀ ਜੀਵਨ 'ਚ ਉਚਾਈ ਆਉਣੀ ਹੈ। ਏਦਾਂ ਨਹੀਂ ਹੋ ਸਕਦਾ। ਸੱਚ ਦੇ ਥੋੜੀ ਮੋਢੇ ਲੱਗਦੇ ਆ, ਸੱਚ ਦੇ ਮੋਢੇ ਕਿਤੇ ਨਹੀਂ ਲੱਗਦੇ। ਠੀਕ ਹੈ ਜੀ। ਜੇ ਸੱਚ ਦੇ ਮੋਢੇ ਲੱਗ ਗਏ ਫਿਰ ਤੇ ਪ੍ਰਕਿਰਤੀ 'ਚ ਖਤਮ ਸਭ ਕੁਝ, ਫਿਰ ਤੇ ਕੁਛ ਵੀ ਨਹੀਂ, ਫਿਰ ਤੇ ਮਾਇਆ ਨੂੰ ਮੋੜ ਹੀ ਨਹੀਂ ਸਕਦਾ ਕੋਈ। ਸੱਚ ਥੋੜੀ ਖਤਮ ਹੋਣਾ ਚਾਹੁੰਦਾ ਹੈ। ਪਰਮਾਤਮਾ ਵੀ ਸੱਚ ਕਰਕੇ ਜਿੰਦਾ ਵਾ। ਪਰਮਾਤਮਾ ਮਾਇਆ ਦੇ ਕਰਕੇ ਕਿਤੇ ਜਿੰਦਾ ਨਹੀਂ ਜਾਏਗਾ। ਉਹ ਤੇ ਸਾਰੇ ਮਨਮੁਖ ਲੋਕ ਨੇ, ਉਹ ਨਹੀਂ ਮੰਨਦੇ ਰੱਬ ਨੂੰ। ਪਰਮਾਤਮਾ ਨੂੰ ਉਹ ਬਾਣੀ 'ਚ ਪਹਿਲਾਂ ਵੀ ਕਿਹਾ ਗਿਆ ਕਿ ਉਹਨੂੰ ਪੁੱਤਰਾਂ ਵਾਲਾ ਕਰ ਦਿੱਤਾ। ਪਰਮਾਤਮਾ ਖੁਦ ਚਾਹੁੰਦਾ ਮੈਨੂੰ ਡਿਸਕਵਰ ਕਰੋ। ਬਿਲਕੁਲ। ਪਰ ਮਾਇਆ ਵੀ ਪਰਮਾਤਮਾ ਦੀ ਬਣਾਈ ਹੋਈ ਹੈ। ਉਹ ਚਾਹੁੰਦਾ ਵੀ ਡਿਸਕਵਰ ਕਰੋ, ਪਰ ਮਾਇਆ ਇੱਕ ਮੇਰੇ ਵਰਗੇ ਦਾ ਜਾਂ ਨਿੱਜਰ ਸਾਹਿਬ ਵਰਗੇ ਦਾ ਸਵਾਲ ਨਹੀਂ ਹੈਗਾ, ਪਹੇਲੀ ਨਹੀਂ ਹੈਗੀ, ਪਜਲ ਨਹੀਂ ਹੈਗਾ। ਇਹ ਤੇ ਪਰਮਾਤਮਾ ਨੇ ਪਾਇਆ ਹੈ ਪਜਲ, ਔਰ ਇਹੋ ਹੀ ਉਹਦੀ ਲੀਲਾ ਹੈ। ਹੁਣ ਜਿੱਦਾਂ ਉਹਦੀ ਮਰਜ਼ੀ ਉਹ ਕਰ ਰਿਹਾ। ਉਹ ਮਾਲਿਕ ਹੈਗਾ, ਉਹ ਬਾਦਸ਼ਾਹ ਹੈਗਾ। ਉਹ ਕੋਈ ਪੁੱਛਦਾ ਥੋੜੀ ਹੈ, ਉਹ ਆਪਣੀ ਮਰਜ਼ੀ ਦਾ ਮਾਲਿਕ ਹੈ। ਹੁਣ ਤੁਸੀਂ ਕਹੋਗੇ ਕਿ ਸਾਨੂੰ ਕਿਉਂ ਧਰਤੀ ਤੇ ਭੇਜਤਾ, ਸਾਡਾ ਕੀ ਕਸੂਰ ਹੈ? ਇਹ ਬਈ ਆ ਤੁਹਾਡਾ ਆਪਣਾ ਹੀ ਜ਼ਿੰਮੇਵਾਰੀ ਹੈ। ਕਿਉਂਕਿ ਪਰਮਾਤਮਾ ਸਤਿਯੁਗ ਬਣਾਇਆ ਸੀ। ਸਤਿਯੁਗ ਤੋਂ ਬਾਅਦ ਆਟੋਮੈਟਿਕਲੀ ਜਿਹੜਾ ਜੀਵ ਹੀ ਮੁਕਤ ਸੀ, ਪਰ ਜੀਵ ਥੋੜੇ ਜੀਵ ਜਿਹੜੇ ਫਸ ਗਏ ਸੀ ਉਦੋਂ। ਆਪਾਂ ਬਹੁਤ ਪੁਰਾਣੇ ਆ, ਅੱਜ ਦੇ ਨਹੀਂ ਹੈਗੇ। ਤੁਸੀਂ ਬਹੁਤ ਪੁਰਾਣੇ ਆ। ਤੁਹਾਡੇ ਵਰਗਾ ਬੰਦਾ, ਤੁਹਾਡੇ ਵਰਗਾ ਸੁਭਾਅ, ਤੁਹਾਡੇ ਵਰਗਾ ਜੋ ਵੀ ਕੁਝ ਹੈਗਾ, ਤੁਸੀਂ ਵੇਖੋਗੇ ਉਹ ਦੁਨੀਆ ਤੇ ਦੂਜਾ ਬੰਦਾ ਨਹੀਂ ਹੈਗਾ। ਇਸੇ ਕਰਕੇ ਬਾਣੀ 'ਚ ਵੀ ਕਿਹਾ ਮੇਰੇ ਕਰਤੇ ਕਿਲ ਰਚਾਇਆ ਕੋਈ ਨਾ ਕਿਸੇ ਜਿਹਾ ਉਹ ਹੈ। ਬਿਲਕੁਲ। ਉਹ ਨੇ ਖੇਲ ਇਦਾਂ ਦਾ ਰਚਾਇਆ ਕਿ ਕਾਪੀ ਨਹੀਂ ਉਹ ਪੈਦਾ ਕਰਦਾ। ਇਹ ਬੜੀ ਵੱਡੀ ਗੱਲ ਹੈ। ਇੱਥੇ ਕਹਿ ਰਹੇ ਨੇ ਇਸ ਯੁੱਗ ਮੇ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਮਿਟਾਏ। ਤੇ ਜਿਹੜਾ ਬੰਦਾ ਆਪਣੀ ਹਉਮੈ ਨੂੰ ਮਿਟਾ ਕੇ ਤੇ ਬ੍ਰਹਮ 'ਚ ਸਮਾ ਜਾਂਦਾ, ਜਿਹਨੇ ਆਪਣੀ ਚੇਤਨਾ ਨੂੰ ਪਰਮਾਤਮਾ ਦੇ ਨਾਲ ਇੱਕਮਿਕ ਕਰ ਲਿਆ, ਨਿਰਵਿਚਾਰ ਹੋ ਗਿਆ, ਚਿੱਤ ਨੂੰ ਸ਼ਾਂਤ ਕਰ ਲਿਆ, ਮਨ ਨਿਰਬਲ ਕਰ ਲਿਆ। ਕਹਿੰਦੇ ਇਹ ਮਨੁੱਖ ਜਿਹੜੇ ਨੇ ਬਹੁਤ ਰੇਅਰ ਨੇ, ਵਿਰਲੇ ਨੇ, ਡਾਇਮੰਡ ਨੇ, ਕੋਹੇ ਨੂਰ ਦੇ ਹੀਰੇ ਨੇ, ਆਮ ਡਾਇਮੰਡ ਨਹੀਂ ਹੈ। ਠੀਕ ਹੈ ਜੀ, ਵਿਰਲੇ ਨੇ। ਅਗਲੇ ਬੰਨੇ ਦੇਖੋ ਫਿਰ ਕੀ ਕਹਿ ਰਹੇ ਨੇ, ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ ਜੇ ਅਨਦਿਨ ਹਰ ਨਾਮ ਧਿਆਏ। ਔਰ ਉਹਨੇ ਕਿਵੇਂ ਜਿਹੜਾ ਹੈਗਾ ਆਪਣੀ ਹਉਮੈ ਮਿਟਾਈ ਹੈ ਅਨਦਿਨ ਧਿਆਨ ਸਿਮਰਨ ਕਰਨ ਦੇ ਨਾਲ। ਕਹਿੰਦੇ ਜਿਹੜੇ ਐਸੇ ਅਨਦਿਨ ਧਿਆਨ ਸਿਮਰਨ ਕਰਨ ਵਾਲੇ ਆ, ਕਹਿੰਦੇ ਉਹਨਾਂ ਨੂੰ ਉਹਨਾਂ ਦੀ ਸੰਗਤ ਕਰਨ ਦੇ ਨਾਲ ਅਵਸ਼ ਜਿਹੜਾ ਹੈਗਾ ਹਮੇਸ਼ਾ ਵਾਸਤੇ ਸੁਖ ਪ੍ਰਾਪਤ ਹੋ ਸਕਦਾ ਹੈ। ਭਾਈ ਐਸੇ ਨੁਕਤੇ ਹੈਗੇ ਉਹਨਾਂ ਦੇ ਕੋਲ। ਹਾਂਜੀ ਬਿਲਕੁਲ ਠੀਕ ਹੈ ਜੀ। ਦੇਖੋ ਫਾਰਮੂਲੇ ਹੁੰਦੇ ਨੇ ਇਹ ਸਾਧ ਸੰਗਤ ਜੀ, ਇਹ ਚੀਜ਼ ਨੂੰ ਮੈਂ ਵੀ ਮੰਨਦਾ। ਹੁਣ ਨਿਊਕਲੀਅਰ ਬੰਬ ਆ, ਹੁਣ ਸਾਨੂੰ ਤੇ ਪਤਾ ਕੁਛ ਨਹੀਂ, ਮੈਨੂੰ ਤੇ ਸਪੈਲਿੰਗ ਵੀ ਨਹੀਂ ਆਉਂਦੇ ਹੋਣੇ, ਪਰ ਪਾਕਿਸਤਾਨ ਦੇ ਵਿੱਚ ਇੱਕ ਬੰਦਾ ਹੈ ਜਿਹਨੂੰ ਇਹ ਟੈਕਨੀਕ ਦਾ ਪਤਾ। ਜਿੱਦਾਂ ਆਪਣੇ ਇੰਡੀਆ ਦੇ ਵਿੱਚ ਹੈਗੇ ਨਾ ਕੁਛ ਲੋਕ ਸਾਇੰਟਿਸਟ, ਉਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਇੱਕ ਬੰਦਾ ਹੈ। ਤੇ ਦੇਖੋ ਕਿੰਨੇ ਲੋਕ ਨੇ, ਉਹ ਦੂਜਿਆਂ ਨੂੰ ਕਿਉਂ ਨਹੀਂ ਪਤਾ, ਪਰ ਉਹ ਬੰਦੇ ਨੂੰ ਪਤਾ। ਫਿਰ ਉਹਨੂੰ ਕੀ ਕੀਤਾ ਹੈ, ਉਹਨਾਂ ਨੇ ਨਜ਼ਰਬੰਦ ਕਰਕੇ ਰੱਖਿਆ, ਉਹਨੂੰ ਆਮ ਬੰਦਾ ਨਹੀਂ ਮਿਲ ਸਕਦਾ। ਇੱਕ ਬਹੁਤ ਆਲੀਸ਼ਾਨ ਕਰ ਦਿੱਤਾ ਹੈ, A to Z ਫੈਸਿਲਿਟੀਆਂ ਨੂੰ ਦਿੱਤੀਆਂ ਨੇ, ਹਰ ਚੀਜ਼ ਉਹਦੇ ਕੋਲ ਹੈ, ਪਰ ਉਹਨੂੰ ਕਿਸੇ ਨਾਲ ਮਿਲ ਨਹੀਂ ਦਿੰਦੇ। ਕਿਉਂ? ਕਿਉਂਕਿ ਉਹ ਡਰਦੇ ਆ ਕਿ ਉਹ ਕਿਤੇ ਫਾਰਮੂਲਾ ਦੂਜਿਆਂ ਨੂੰ ਲੀਕ ਨਾ ਕਰ ਜੇ, ਦੱਸ ਨਾ ਜਾਵੇ। ਤਾਂ ਇਹ ਗੱਲਾਂ ਬਾਤਾਂ ਨੇ। ਜਿੱਦਾਂ ਇੱਕ ਬੰਬ ਬਣਾਉਂਦਾ ਇੱਕ ਫਾਰਮੂਲਾ ਹੈ, ਉਸੇ ਤਰ੍ਹਾਂ ਅਧਿਆਤਮਿਕ ਜੀਵਨ ਦਾ ਜਿਹੜਾ ਜਿਨ੍ਹਾਂ ਨੇ ਰਸਤੇ ਤੇ ਚੱਲ ਕੇ ਉਸ ਤੱਤ ਨੂੰ ਜਾਣਿਆ, ਫਿਰ ਉਹਨਾਂ ਨੇ ਵੇਖੀਆਂ ਕਿਹੜੀਆਂ ਕਿਹੜੀਆਂ ਰੁਕਾਵਟਾਂ ਨੇ, ਕਿਹੜੀਆਂ ਚੀਜ਼ਾਂ ਦਾ ਫਾਇਦਾ ਹੈ, ਫਿਰ ਡਿਸਕਸ ਕਰਦੇ ਨੇ ਸਾਡੇ ਨਾਲ। ਅੱਧੇ ਕੁ ਨੂੰ ਸੰਗਤ ਕਰਦੇ ਪਏ ਆਪਾਂ ਬਾਣੀ ਦੀ, ਤਾਂ ਬਾਣੀ ਦੀ ਸੰਗਤ ਕਰਦੇ ਆ। ਇਹਦੇ ਵਿੱਚ ਸਾਨੂੰ ਗਿਆਨ ਮਿਲਦਾ ਹੈ। ਗਿਆਨ ਮੀਨ ਕਿ ਇਹ ਗਿਆਨ ਜਿਹੜਾ ਹੈ ਉਹ ਸਾਡੀ ਜਿਹੜੀ ਵਿਜ਼ਨ ਹੈ, ਸਾਡੀ ਸੋਚ ਨੂੰ ਸਾਫ਼ ਕਰਦਾ ਹੈ, ਕਲੈਰਿਟੀ ਆਉਂਦੀ ਹੈ।
ਕਿਉਂਕਿ ਜੇ ਗੁਰੂ ਕਹਿਣਗੇ ਵੀ ਤੁਸੀਂ ਕੋਈ ਵੀ ਰੱਬ ਦਾ ਨਾਂ ਲਓ ਤੇ ਬ੍ਰਹਮ ਗਿਆਨੀ ਹੋ ਜਾਓਗੇ, ਤੇ ਫਿਰ ਤੇ ਗੱਲ ਖਤਮ ਹੋ ਗਈ, ਫਿਰ ਤੇ ਗ੍ਰੰਥ ਪੜ੍ਹਨ ਦੀ ਲੋੜ ਹੀ ਕੋਈ ਨਾ। ਪਰ ਉਹ ਕਹਿੰਦੇ ਕਿ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਇਹ ਏਦਾਂ ਸਾਰੀ ਦੁਨੀਆ ਹੀ ਰਾਮ ਰਾਮ ਕਰਦੀ ਹੈ, ਪਰ ਇਸ ਤਰ੍ਹਾਂ ਕਰਨ ਦੇ ਨਾਲ ਰੱਬ ਨਹੀਂ ਮਿਲਦਾ। ਫਿਰ ਕਿੱਦਾਂ ਮਿਲਦਾ ਹੈ? ਉਹ ਕਹਿੰਦੇ ਤੁਹਾਨੂੰ ਸੰਗਤ ਚ ਹੌਲੀ ਹੌਲੀ ਕਰਕੇ ਭੇਦ ਮਿਲੇਗਾ। ਕੁਝ ਚੀਜ਼ਾਂ ਉਹ ਕਰਨ ਵਾਸਤੇ ਕਹਿਣਗੇ, ਕੁਝ ਚੀਜ਼ਾਂ ਤੁਹਾਨੂੰ ਨਾ ਕਰਨ ਵਾਸਤੇ ਕਹਿਣਗੇ। ਔਰ ਜਦੋਂ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਵਿਚਾਰ ਕੀਤੀ, ਫਿਰ ਜੀਵਨ ਦੇ ਵਿੱਚ ਤੁਸੀਂ ਉਹਨਾਂ ਦੀ ਢਾਲਣਾ ਕੀਤੀ, ਤੇ ਆਟੋਮੈਟਿਕਲੀ ਤੁਹਾਡੇ ਜੀਵਨ ਚ ਉਚਾਈ ਆ ਜਾਣੀ ਹੈ। ਤੇ ਜੇ ਤੁਸੀਂ ਇਕੱਲਾ ਕੰਨਾਂ ਚ ਸੁਣਿਆ, ਦੂਜੇ ਕੰਨ ਥਣੀ ਬਾਹਰ ਕੱਢਤਾ, ਕੋਈ ਗਿਆਨ ਦੀ ਗੱਲ ਸੁਣੀ ਹੈ ਤੇ ਮੂੰਹ ਥਣੀ ਬਾਹਰ ਕੱਢਤੀ ਹੈ, ਤੇ ਫਿਰ ਕਹਿੰਦੇ ਆ ਫਿਰ ਥੋੜਾ ਜਿਹਾ ਟਾਈਮ ਲੱਗੇਗਾ, ਤੁਸੀਂ ਕਿਸੇ ਗਲਤ ਰਸਤੇ ਤੁਰ ਪਏ ਜੋ। ਔਰ ਇਹ ਚੀਜ਼ ਬਹੁਤ ਮਾੜੀ ਹੈ। ਇਹ ਜੋ ਵੀ ਬਾਣੀ ਸਾਨੂੰ ਕਹਿ ਰਹੀ ਆ, ਉਹ ਸਾਨੂੰ ਆਪਣੇ ਜੀਵਨ ਚ ਲੈ ਕੇ ਆਉਣ ਵਾਸਤੇ ਕਿਹਾ। ਜਿੱਦਾਂ ਕਹਿੰਦੇ ਅਵਰ ਉਪਦੇਸ਼ੇ ਆਪ ਨਾ ਕਰੇ। ਜੋ ਬੰਦਾ ਦੂਜੇ ਨੂੰ ਉਪਦੇਸ਼ ਕਰਦਾ ਹੈ, ਸੁਣ ਲੈਂਦਾ ਹੈ, ਫਿਰ ਲੋਕਾਂ ਨੂੰ ਉਪਦੇਸ਼ ਕਰਨਾ ਸ਼ੁਰੂ ਕਰਦਾ ਹੈ, ਉਹ ਕਹਿੰਦੇ ਆਵਤ ਜਾਵਤ ਜਨਮੈ ਮਾਰੇ, ਉਹਦੇ ਲਈ ਚੰਗਾ ਨਹੀਂ ਹੈ, ਵੈਰੀ ਬੈਡ ਫॉर ਹਿਮ। ਇਹ ਇਸੇ ਤਰ੍ਹਾਂ ਕਹਿ ਰਹੇ ਨੇ ਨਾਨਕ। ਫਿਰ ਕਹਿੰਦੇ ਸੁੱਖ ਮਿਲ ਜਾਂਦਾ ਹੈ ਅਨ ਦਿਨ ਹਰ ਨਾਮ ਤੇ ਆਈ। ਜਦੋਂ ਹਰ ਦਿਨ ਬੰਦਾ ਆਪਾਂ ਰੱਬ ਦੀ ਭਗਤੀ ਕਰਦਾ ਹੈ, ਬੰਦਗੀ ਕਰਦਾ ਹੈ, ਤੇ ਫਿਰ ਕੀ ਹੁੰਦਾ? ਸਦਾ ਸੁੱਖ। ਇੱਕ ਤੇ ਸੁੱਖ ਹੁੰਦਾ ਹੈ ਨਾ, ਉਹਦੇ ਪਿੱਛੇ ਦੁੱਖ ਵੀ ਆ ਸਕਦਾ ਹੈ, ਪਰ ਉਹ ਕਹਿੰਦੇ ਸਦਾ ਸੁੱਖ ਮਿਲ ਜੂ। ਐਸਾ ਸੁੱਖ ਮਿਲੂਗਾ, ਉਹਦੇ ਜ਼ਿੰਦਗੀ ਦੇ ਵਿੱਚ ਫਿਰ ਹਲਚਲ ਹੋਣੀ ਬੜੀ ਔਖੀ। ਉਹਦੇ ਅੰਦਰ ਜ਼ਿੰਦਗੀ 'ਚ ਹੋ ਸਕਦੀ ਹੈ, ਪਰ ਉਹਦੇ ਅੰਦਰ ਹਲਚਲ ਨਹੀਂ ਹੋਵੇਗੀ। ਹਮੇਸ਼ਾ ਹੀ ਸੱਚ ਚਿੱਤ ਆਨੰਦ 'ਚ ਰਹੇਗਾ। ਮੇਜਰ ਸਾਹਿਬ ਅੱਗੇ ਬੋਲੀਏ। ਅੱਗੇ ਅਗਲਾ ਸ਼ਲੋਕ ਆ ਗਿਆ ਜੀ। ਇਸੇ ਜਿਹੜਾ ਹੈਗਾ ਅੱਜ ਕੱਲ੍ਹ ਜਿਹੜੇ ਬ੍ਰਹਮ ਗਿਆਨੀ ਹੈਗੇ ਆ, ਤੇ ਉਹਨਾਂ ਦੇ ਬਾਰੇ ਜਿਹੜਾ ਹੈਗਾ ਇਸੇ ਨੂੰ, ਇਹ ਜਿਹੜਾ ਹੈਗਾ ਬ੍ਰਹਮ ਗਿਆਨੀ, ਇਹਨਾਂ ਦੇ ਬਾਰੇ ਜਿਹੜੇ ਹੈਗੇ ਮਹਾਰਾਜ ਜਿਹੜੇ ਹੈਗੇ ਆਹ ਸ਼ਲੋਕ ਲਗਾਇਆ। ਮਹਲਾ ਤੀਜਾ। ਅੰਤਰ ਕਪਟ ਮਨਮੁਖ ਅਗਿਆਨੀ, ਰਸਨਾ ਝੂਠ ਬੋਲਾਏ। ਕਹਿੰਦੇ ਦੇਖੋ, ਬ੍ਰਹਮ ਗਿਆਨ ਦੇ ਰਿਹਾ ਆ, ਗੱਲਾਂ ਕਰਦਾ ਹੈ, ਗੁਰਬਾਣੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਔਰ ਅੰਦਰ ਜਿਹੜਾ ਹੈਗਾ ਉਹਦੇ ਕਪਟ ਹੈਗਾ, ਅੰਦਰ ਜਿਹੜਾ ਹੈਗਾ ਧੋਖਾ ਹੈਗਾ। ਚੱਲਦਾ ਆਪਣੇ ਮਨ ਦੀ ਇੱਛਾਵਾਂ ਦੇ ਨਾਲ ਹੈ, ਜੋ ਮਨ ਕਹਿੰਦਾ ਹੈ। ਅੰਦਰ ਅਗਿਆਨਤਾ ਹੈਗੀ ਆ, ਔਰ ਬਾਹਰ ਜਿਹੜਾ ਹੈਗਾ ਧਾਰਮਿਕ ਗੱਲਾਂ ਕਰਦਾ ਹੈ, ਬਾਹਰ ਜਿਹੜਾ ਹੈਗਾ ਗਿਆਨ ਦੀਆਂ ਗੱਲਾਂ ਕਰਦਾ ਹੈ, ਤੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦਾ ਹੈ। ਕਹਿੰਦੇ ਭਾਈ ਇਹ ਤਾਂ ਗਲਤ ਹੈ, ਇਹ ਤਾਂ ਝੂਠ ਹੈ, ਝੂਠ। ਕਹਿੰਦੇ ਝੂਠ ਬੋਲ ਰਿਹਾ ਹੈ ਭਾਈ, ਮੂੰਹ ਦੇ ਨਾਲ ਜੋ ਗਿਆਨ ਦੀਆਂ ਗੱਲਾਂ ਕਰ ਰਿਹਾ ਆ, ਉਹਦੇ ਅੰਦਰ ਹੈ ਨਹੀਂਗਾ, ਝੂਠ ਹੈਗਾ, ਅੰਦਰ ਝੂਠ ਆ। ਅੰਤਰ ਕਪਟ ਮਨਮੁਖ ਅਗਿਆਨੀ, ਰਸਨਾ ਝੂਠ ਬੋਲਾਏ। ਕਹਿੰਦੇ ਝੂਠ ਬੋਲ ਰਿਹਾ ਹੈ, ਇਹਦਾ ਅੰਦਰ ਦਾ ਜੀਵਨ ਨਹੀਂ ਹੈਗਾ ਇਹਦੇ ਨਾਲ, ਜੋ ਮੂੰਹ ਦੇ ਨਾਲ ਬੋਲ ਰਿਹਾ ਹੈ। ਕਹਿੰਦੇ ਫਿਰ ਜਿਹੜਾ ਮੂੰਹ ਦੇ ਨਾਲ ਬੋਲ ਰਿਹਾ, ਉਹਦੇ ਨਾਲ ਮਾਲਕ ਖੁਸ਼ ਹੋ ਜਾਏਗਾ। ਕਪਟ ਕੀਤੇ ਹਰ ਪੁਰਖ ਨਾ ਭੀਜੈ, ਨਿਤ ਵੇਖੈ ਸੁਣੇ ਸੁਭਾਏ। ਕਹਿੰਦੇ ਉਹ ਤਾਂ ਸਹਿਜ ਸੁਭਾਈ ਮਾਲਕ ਪਰਮਾਤਮਾ ਜਿਹੜਾ ਹੈਗਾ, ਤੇਰੇ ਅੰਦਰ ਦੀ, ਤੇਰੇ ਬਾਹਰ ਦੀ, ਤੇਰਾ ਨਿਤਨੇਮ ਜਿਹੜਾ ਹੈ ਰੋਜ਼ ਦਾ, ਉਹ ਤਾਂ ਦੇਖ ਰਿਹਾ ਹੈ, ਸੁਣ ਰਿਹਾ ਹੈ, ਤੈਨੂੰ ਚੰਗੀ ਤਰ੍ਹਾਂ ਜਾਣਦਾ ਹੈ, ਤੇਰੇ ਅੰਦਰ ਹੀ ਤਾਂ ਬੈਠਾ ਹੋਇਆ। ਕਪਟ ਕੀਤੇ ਹਰ ਪੁਰਖ ਨਾ ਭੀਜੈ, ਉਹ ਨਹੀਂ ਭੇਜਦਾ, ਉਹਦੇ ਤੇ ਕੋਈ ਅਸਰ ਨਹੀਂ ਹੁੰਦਾ, ਉਹਨੂੰ ਪਤਾ ਹੈ ਤੇਰਾ ਕੀ ਹੈਗਾ। ਦੂਜੇ ਪਾਏ ਜਾਏ ਜਗ ਪਰਬੋਧੈ, ਵਿਖ ਮਾਇਆ ਮੋਹ ਸੁਆਏ। ਉਹਨੂੰ ਪਤਾ ਹੈ ਤੇਰੇ ਅੰਦਰ ਭਾਵਨਾ ਕੀ ਹੈ। ਤੂੰ ਦੁਨੀਆ ਨੂੰ ਪ੍ਰਬੋਧ ਰਿਹਾ ਹੈ, ਦੁਨੀਆ ਨੂੰ ਗਿਆਨ ਦੇ ਰਿਹਾ ਹੈ, ਪਰ ਤੇਰੇ ਅੰਦਰ ਖੁਦ ਜਿਹੜਾ ਹੈਗਾ ਜ਼ਹਿਰ ਆ, ਵਿਖ ਮਾਇਆ ਆ, ਤੇਰਾ ਸੁਆਓ, ਤੇਰਾ ਮਨ ਜਿਹੜਾ ਹੈਗਾ ਪੂਰੀ ਤਰ੍ਹਾਂ ਖਿੱਚ ਹੈਗੀ ਇਹ ਮਾਇਆ ਦੀ, ਪਦਾਰਥਾਂ ਦੀ, ਭੋਗਾਂ ਦੀ। ਆਹ ਤੇਰਾ ਸਵਾਰਥ ਹੈ, ਤੇ ਇੱਥੇ ਤੇਰਾ ਪ੍ਰਯੋਜਨ ਹੈਗਾ। ਇਤ ਕਮਾਣੇ ਸਦਾ ਦੁੱਖ, ਇਤ ਕਮਾਣੇ ਸਦਾ ਦੁੱਖ ਪਾਵੈ, ਜੰਮੇ ਮਰੇ ਫਿਰ ਆਵੇ ਜਾਏ। ਕਹਿੰਦੇ ਇਸ ਤਰ੍ਹਾਂ ਜੇ ਤੂੰ ਜੀਵਨ ਆਪਣਾ ਰੱਖਿਆ ਪਾਏ, ਲੋਕਾਂ ਨੂੰ ਜਿਹੜਾ ਹੈਗਾ ਗਿਆਨ ਦੇ ਰਿਹਾ ਹੈ, ਅੰਦਰ ਤੇਰੇ ਜਿਹੜੇ ਹੈਗੇ ਆ ਸਾਰਾ ਤੇਰਾ ਹੈਗਾ ਤੇਰੇ ਝੂਠ ਆ, ਵੇਖਿਆ ਮਾਇਆ ਹੈਗੀ ਆ, ਤੇ ਭਾਈ ਫਿਰ ਤਾਂ ਹਮੇਸ਼ਾ ਦੁਖੀ ਰਹੇਗਾ, ਔਰ ਤੇਰਾ ਜੰਮਣਾ ਮਰਨਾ ਚੱਲਦਾ ਰਹੂਗਾ, ਆਉਂਦਾ ਜਾਂਦਾ ਰਹੇਗਾ ਜੂਨਾਂ ਦੇ ਵਿੱਚ, ਪ੍ਰਕਿਰਤੀ ਦੇ ਵਿੱਚ ਹੀ ਰਹੇਗਾ। ਹੋਰ ਸਹਸਾ ਮੂਲ ਨਾ ਚੁੱਕਈ, ਵਿੱਚ ਹਉਮੈ ਪਚੇ ਪਚਾਏ।
ਤੇਰਾ ਸਹਿਮ ਜਿਹੜਾ, ਤੇਰਾ ਡਰ ਜਿਹੜਾ ਹੈਗਾ, ਤੇਰੀ ਡੁਅਲਟੀ ਜਿਹੜੀ ਹੈਗੀ ਨਹੀਂ ਜਾਣੀ, ਬਿਲਕੁਲ ਨਹੀਂ ਜਾਣੀ। ਔਰ ਹਉਮੈ ਦੇ ਵਿੱਚ ਜਿਹੜਾ ਹੈਗਾ, ਇਸ ਵਿਸ਼ਟਾ ਦੇ ਵਿੱਚ, ਇਸ ਗੰਦਗੀ ਦੇ ਵਿੱਚ, ਇਹ ਪਦਾਰਥਾਂ ਦੇ ਵਿੱਚ, ਇਸ ਚੋਗੇ ਦੇ ਵਿੱਚ ਜਿਹੜਾ ਹੈਗਾ, ਇਹਦੇ ਵਿੱਚ ਹੀ ਪਚ ਜਾਏਗਾ ਔਰ ਇਹਦੇ ਵਿੱਚ ਹੀ ਰਹੇਗਾ। ਫਿਰ ਕੀ ਕਰੀਏ? ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ, ਤਿਸ ਗੁਰ ਕੀ ਸਿੱਖ ਸੁਣਾਏ। ਜਿਸਨੂੰ ਕਿਰਪਾ ਕਰਤੀ ਮੇਰੇ ਮਾਲਕ ਨੇ, ਉਹਨੇ ਪਹਿਲਾਂ ਆਪ ਜਿਹੜੀ ਹੈਗੀ ਆ ਬ੍ਰਹਮ ਗਿਆਨ ਲੈਣਾ ਹੈ, ਗੁਰੂ ਦੀ ਸਿੱਖਿਆ ਲੈਣੀ ਆ। ਫਿਰ ਹਰ ਨਾਮ ਧਿਆਵੈ, ਹਰ ਨਾਮੋਂ ਗਾਵੈ, ਹਰ ਨਾਮੋਂ ਅੰਤ ਛਿੜਾਏ। ਫਿਰ ਉਹਦਾ ਜੀਵਨ ਸੱਚ ਦਾ ਹੋ ਜਾਏਗਾ, ਅੰਦਰ ਵੀ ਸੱਚ, ਬਾਹਰ ਵੀ ਸੱਚ। ਉਹ ਧਿਆਨ ਦੇ ਵਿੱਚ ਰਹੇਗਾ, ਮਾਲਕ ਦੀ ਗੱਲ ਕਰੇਗਾ, ਸੱਚ ਦੀ ਗੱਲ ਕਰੇਗਾ। ਔਰ ਇਹਦੇ ਨਾਲ ਕੀ ਹੋਏਗਾ? ਆਖਰੀ ਦੇ ਵਿੱਚ ਜਿਹੜਾ ਹੈਗਾ ਉਹ ਪ੍ਰਕਿਰਤੀ ਦੀ ਕੈਦ ਚੋਂ ਜਿਹੜਾ ਹੈਗਾ ਛੁੱਟ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇੱਥੇ ਉਹ ਸਮਝਾ ਰਹੇ ਨੇ ਕਿ ਕੇਵਲ ਗੱਲਾਂ ਕੀਤੀਆਂ ਅੰਦਰ ਬੇਈਮਾਨੀ ਹੈ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਆਪਾਂ ਭਗਤੀ ਕਰਦੇ ਹਾਂ, ਬੰਦਗੀ ਕਰਦੇ ਹਾਂ, ਧਿਆਨ ਸਿਮਰਨ ਕਰਦੇ ਹਾਂ, ਦੂਸਰੀ ਤਰਫ ਆਪਾਂ ਲੋਕਾਂ ਨੂੰ ਨਫ਼ਰਤ ਕਰਦੇ ਹਾਂ। ਉਹ ਕਹਿੰਦੇ ਵੀ ਫਿਰ ਤੈਨੂੰ ਆਪਣੇ ਧਿਆਨ ਸਿਮਰਨ ਤੇ ਨਜ਼ਰ ਮਾਰਨ ਦੀ ਲੋੜ ਹੈ, ਕਿਉਂਕਿ ਇਹ ਦੋਵੇਂ ਇਕੱਠੇ ਨਹੀਂ ਹੋ ਸਕਦੇ। ਇੱਕ ਤਰਫ ਤੇਰੇ ਅੰਦਰ ਮਲੀਨਤਾ ਹੈ, ਕਪਟ ਹੈਗੀ, ਬੇਈਮਾਨੀ ਹੈਗੀ ਹੈ, ਤੇ ਫਿਰ ਹੁਣ ਤੂੰ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਸਹੀ ਹਾਂ, ਤੇ ਫਿਰ ਤੇ ਕਿਤੇ ਗੜਬੜ ਹੈ ਨਾ। ਫਿਰ ਤੂੰ ਕਹਿੰਦੇ ਕਿ ਮਨਮੁਖ ਅਗਿਆਨੀ ਰਸਨਾ ਝੂਠ ਬੁਲਾਏ। ਤੇ ਜਿਹੜਾ ਮਨਮੁਖ ਹੁੰਦਾ ਹੈ ਉਹ ਫਿਰ ਕੀ ਕਰਦਾ ਹੈ? ਅਗਿਆਨੀ ਕਹਿੰਦੇ ਇਹਨੂੰ, ਜੋ ਆਪਣੇ ਮੂੰਹ ਦੇ ਰਾਹੀਂ ਫਿਰ ਝੂਠ ਬੋਲਦਾ ਹੈ। ਝੂਠ ਬੋਲਦਾ ਮਤਲਬ ਜਿਸ ਚੀਜ਼ ਨੂੰ ਨੇ ਜਾਣਿਆ ਨਹੀਂ, ਉਹ ਕਹਿੰਦਾ ਮੈਂ ਜਾਣਿਆ। ਹੁਣ ਕੀ ਕਰ ਲਓਗੇ? ਹੁਣ ਲੋਕ ਬਹੁਤ ਝੂਠੇ ਨੇ, ਬਹੁਤ। ਅੱਜ ਇੱਕ ਬੰਦੇ ਨਾਲ ਮੇਰਾ ਮਿਲਣ ਹੋਇਆ, ਉਹ ਦੂਜਾ ਸੱਚਾ ਵੀ ਕਹਿੰਦੇ ਆ ਕਿ ਮੈਂ ਉੱਥੇ ਬਹਿਸ ਕਰਕੇ ਆਇਆ, ਇਹ ਝੂਠਾ ਵੀ ਕਹੀ ਜਾਂਦਾ ਮੈਂ ਬਹਿਸ ਕੀਤੀ। ਸਮਝਦੇ? ਉਹ ਮੈਨੂੰ ਕਹਿੰਦੇ ਆ। ਫਿਰ ਮੇਰੇ ਮਨ 'ਚ ਹੀ ਆਇਆ ਕਿ ਦੋ ਬੰਦੇ ਬਹਿਸ ਕਰ ਨਹੀਂ ਸਕਦੇ। ਫਿਰ ਉੱਥੇ ਮੈਂ ਇੱਕ ਤੀਜਾ ਬੰਦਾ ਮੇਰਾ ਯਾਰ ਦੋਸਤ ਸੀ, ਫਿਰ ਉਹਨੂੰ ਫੋਨ ਕੀਤਾ, ਮੈਂ ਚੈੱਕ ਕਰ ਕਿ ਬਹਿਸ ਕਿਹਨੇ ਕੀਤੀ ਹੈ, ਤੇ ਜਿਹੜਾ ਉਹ 'ਚੋਂ ਇੱਕ ਸੱਚਾ ਹੀ ਇੱਕ ਝੂਠਾ ਹੈ। ਆਪ ਜਸਟ ਸੋਚੋ ਕਿੱਡੇ ਲੋਕ ਖਤਰਨਾਕ ਨੇ। ਤੁਹਾਡੇ ਮੂੰਹ ਤੇ ਕਹਿੰਦੇ ਨੇ ਮੈਂ ਬਹਿਸ ਕੀਤੀ ਹੈ, ਮੈਂ ਕਰਕੇ ਆਇਆ ਕੰਮ। ਸੋ ਕਹਿਣ ਤੋਂ ਭਾਵ ਹੈ ਕਿ ਬਾਣੀ ਸੱਚੀ ਹੈ ਕਿ ਲੋਕ ਝੂਠੇ ਹੁੰਦੇ ਨੇ ਤੇ ਕਲੇਮ ਕਰ ਲੈਂਦੇ ਨੇ। ਇੱਥੇ ਬਾਣੀ 'ਚ ਇਹ ਸਮਝਾਇਆ ਗਿਆ, ਠੀਕ ਹੈ ਜੀ, ਕਿ ਜਿਹੜਾ ਬੰਦਾ ਗਿਆਨੀ ਹੈ, ਰਸਨਾ 'ਚ ਝੂਠ ਹੈ, ਤੇ ਉਸ ਬੰਦੇ ਦਾ ਕੀ ਫਾਇਦਾ? ਕਿਉਂਕਿ ਉਹਨੇ ਆਤਮਾ ਨੂੰ ਜਾਣਿਆ ਹੀ ਨਹੀਂ। ਉਹ ਨਹੀਂ ਤੁਰੀ ਅਵਸਥਾ ਨੂੰ ਜਾਣਦਾ, ਉਹ ਤੇ ਆਪ ਵਿਚਾਰਾ ਬੁੱਧੀ ਮੰਡਲ 'ਚ ਬੈਠਾ ਹੈ। ਉਹ ਗੱਲਾਂ ਦੇ ਰਾਹੀਂ ਹੋਰ ਭੀੜ ਇਕੱਠੀ ਕਰ ਲੈਂਦਾ। ਔਰ ਫਿਰ ਤੁਹਾਨੂੰ ਪਤਾ ਹੀ ਹੈ, ਬਾਣੀ ਕਹਿੰਦੀ ਕਹਿੰਦੇ ਕੱਚੇ ਸੁਣਦੇ ਕੱਚੇ, ਫਿਰ ਕੱਚੇ ਕੱਖ 'ਚ ਵਖਾਣੀ। ਕਿ ਜਿਹੜਾ ਬੰਦਾ ਕਹਿਣ ਡਿਆ ਉਹ ਕੱਚਾ ਹੈ, ਕਹਿਣ ਤੋਂ ਭਾਵ ਉਹਦਾ ਕੋਈ ਅਨੁਭਵ ਨਹੀਂ। ਕਿਤਾਬ ਪੜ੍ਹ ਲਈ, ਰੋਟੀ ਕਿੱਦਾਂ ਬਣਦੀ ਹੈ। ਹੁਣ ਮੇਰੇ ਵਰਗਾ ਬੋਲਣਾ ਸ਼ੁਰੂ ਕਰ ਦੇ ਕਿ ਆਟਾ ਗੁੰਨ ਲਓ, ਵਿੱਚ ਪਾਣੀ ਪਾ ਲਓ, ਫਿਰ ਉਹਨੂੰ ਗੁੰਨ ਕੇ ਆਟਾ ਏਦਾਂ ਦਾ ਬਣ ਜੂ। ਫਿਰ ਉਹਦੀ ਰੋਟੀ ਬਣਾਓ, ਗੈਸ ਚਾਲੂ ਕਰ ਲਓ, ਤਵਾ ਰੱਖ ਲਓ, ਫਿਰ ਏਦਾਂ ਰੋਟੀ ਪਕਾਉਣੀ। ਕਿਤਾਬੀ ਗੱਲਾਂ। ਹੁਣ ਜੇਕਰ ਬੰਦੇ ਨੇ ਪ੍ਰੈਕਟੀਕਲ ਕੀਤਾ ਹੋਵੇ ਤੇ ਉਹ ਤੁਹਾਨੂੰ ਸਹੀ ਗਿਆਨ ਕਰਾ ਸਕਦਾ, ਤੇ ਜਿਹੜੇ ਬੰਦੇ ਨੇ ਨਹੀਂ ਕੀਤਾ, ਫਿਰ ਕਿਤਾਬਾਂ ਦੇ ਵਿੱਚ ਤੇ ਬੜਾ ਕੁਝ ਲਿਖਿਆ ਤੇ ਸਾਰੀ ਦੁਨੀਆ ਪੜ੍ਹ ਕੇ ਫਿਰ ਕੁੱਕ ਕਿਉਂ ਨਹੀਂ ਬਣ ਜਾਂਦੀ। ਉੱਥੇ ਤੁਹਾਡਾ ਅਨੁਭਵ ਚਾਹੀਦਾ। ਤੁਸੀਂ ਜਦੋਂ ਅਨੁਭਵ ਰਾਹੀਂ ਕਰੋਗੇ ਕਿ ਚੀਜ਼ ਨੂੰ, ਫਿਰ ਤੁਹਾਨੂੰ ਕੋਈ ਪੁੱਛਣ ਦੀ ਲੋੜ ਨਹੀਂ। ਤੁਹਾਨੂੰ ਤਾਂ ਪਤਾ ਲੱਗਿਆ, ਤੁਸੀਂ ਪ੍ਰੈਕਟੀਕਲ ਕਰ ਲਿਆ। ਇਸੇ ਕਰਕੇ ਗਿਆਨੀ ਤੋਂ ਕਹਿੰਦੇ ਦੂਰ ਰਹੋ, ਕਿਉਂਕਿ ਇਸ ਬੰਦੇ ਨੂੰ ਸੁਣਨ ਦਾ ਫਾਇਦਾ ਕੋਈ ਨਹੀਂ ਹੈ, ਕਿਉਂਕਿ ਉਹਦੇ ਕੋਲ ਕੁਛ ਹੈ ਹੀ ਨਹੀਂ। ਤੁਰੀ ਅਵਸਥਾ ਵੀ ਨਹੀਂ ਹੈਗੀ, ਆਤਮ ਗਿਆਨ ਨਹੀਂ ਹੈਗਾ। ਉਹ ਜਿਹੜੀਆਂ ਵੀ ਗੱਲਾਂ ਕਰੇਗਾ ਉਹ ਪ੍ਰੈਕਟੀਕਲ ਨਹੀਂ ਹੋਣਗੀਆਂ, ਕੇਵਲ ਕਲਪਨਾਵਾਂ ਹੋਣਗੀਆਂ। ਔਰ ਬਾਣੀ ਕਹਿੰਦੀ ਹੈ ਕਿ ਜੇਕਰ ਤੂੰ ਹਾਥੀ ਲੱਭਣ ਚੱਲਿਆ ਨਾ, ਤੇ ਤੇਰੇ ਕੋਲ ਥੋੜਾ ਬਹੁਤਾ ਗਿਆਨ ਹੋਣਾ ਚਾਹੀਦਾ ਹੈ। ਕਮ ਸੇ ਕਮ ਪਤਾ ਤਾਂ ਲੱਗੇ ਨਾ ਕਿ ਹਾਥੀ ਦੀ ਲੱਤ ਕਿੰਨੀ ਮੋਟੀ ਹੈ, ਉਹਦੀਆਂ ਕਿੰਨੀਆਂ ਪੂਛਾਂ ਨੇ, ਕਿੰਨੇ ਦੰਦ ਨੇ, ਉਹਦਾ ਮੂੰਹ ਕਿੱਦਾਂ ਦਾ ਹੈ, ਵਿੰਗਾ ਹੈ, ਟੇਢਾ ਹੈ, ਉਹਦਾ ਰੰਗ ਕੀ ਹੈ। ਤਾਂ ਕਿ ਤੂੰ ਹਾਥੀ ਲੱਭਣ ਚੱਲਿਆ ਜੰਗਲ 'ਚ, ਫਿਰ ਉਸ ਵਰਗੀ ਚੀਜ਼ ਤੇਰੇ ਮਨ 'ਚ ਆਵੇ ਕਿ ਉਹ ਪ੍ਰੈਕਟੀਕਲ ਪੋਸੀਬਲ ਹੋਵੇ। ਤੇ ਜੇ ਕੋਈ ਨਕਲੀ ਹਾਥੀ ਬਣਾ ਦੇ ਔਰ ਅਜੀਬ ਕਿਸਮ ਦੀ ਉਹਦੀ ਕਲਪਨਾ ਕਰ ਦੇ,
ਪਰ ਇਦਾਂ ਦਾ ਤੁਸੀਂ ਹਾਥੀ ਲੱਭਣ ਜਾਓਗੇ ਤੇ ਉਹ ਤੇ ਹੈਗਾ ਹੀ ਨਹੀਂ ਆ। ਇਸੇ ਤਰ੍ਹਾਂ ਇਹ ਲੋਕ ਅਗਿਆਨੀ ਕੀ ਕਰਦੇ ਆ, ਉਹ ਕੋਈ ਕਹਿੰਦਾ ਮੇਰੀ ਫੋਟੋ ਵੇਖ ਲਓ, ਇੱਕ ਤਰਫ ਤੇ ਕਹਿੰਦੇ ਆ ਕਿ ਅਸੀਂ ਤੁਹਾਡੇ ਬਾਬੇ ਨਹੀਂ ਆ, ਤੁਹਾਡੇ ਗੁਰੂ ਨਹੀਂ ਆ, ਦੇਖੋ ਮੈਂ ਇਹਨਾਂ ਦਾ ਨਾਂ ਨਹੀਂ ਲੈਂਦਾ। ਉਹ ਦੂਸਰੀ ਤਰਫ ਇਹੋ ਹੀ ਮਨੁੱਖ ਤੁਹਾਨੂੰ ਕਹਿ ਰਿਹਾ ਹੈ ਕਿ ਬਈ ਤੁਸੀਂ ਏਦਾਂ ਕਰੋ ਕਿ ਮੇਰੀ ਫੋਟੋ ਨੂੰ ਆਪਣੀਆਂ ਅੱਖਾਂ ਦੇ ਅੰਦਰ ਧਿਆਨ ਕਰੋ। ਹੋਰ ਤੂੰ ਕੀ ਕਰ ਰਿਹਾ? ਤੂੰ ਕਰ ਰਿਹਾ ਕਿ ਤੂੰ ਪਰਮਾਤਮਾ ਤੇ ਉਸ ਬੰਦੇ ਦੇ ਵਿਚਕਾਰ ਆ ਗਿਆ। ਤੂੰ ਡਾਇਰੈਕਟ ਕਮਿਊਨੀਕੇਸ਼ਨ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਕਹਿ ਰਹੇ ਜੋ ਕਿ ਮੈਂ ਕਰਾਵਾਂਗਾ ਤੈਨੂੰ ਪਰਮਾਤਮਾ ਦੇ ਦਰਸ਼ਨ, ਪਰ ਜਦੋਂ ਤੇਰੀ ਫੋਟੋ ਵੇਖ ਲਾਂਗੇ ਤੇ ਭੋਲਿਆ ਫਿਰ ਆਤਮਾ ਕਿੱਥੇ? ਉੱਥੇ ਇੱਥੇ ਬੰਦਾ ਹੀ ਹੈਗਾ ਅਗਲੇ ਬੰਦੇ। ਫਿਰ ਅਗਲੇ ਕਹਿੰਦੇ ਆ ਕਿ ਕਪਟ ਕੀਤੇ ਹਰ ਪੁਰਖ ਨਾ ਭੀਜੇ, ਨਿਤ ਵੇਖੇ ਸੁਣੇ ਸੁਭਾਏ। ਤੇ ਹੁਣ ਕਹਿੰਦੇ ਜਿਹੜਾ ਕਪਟ ਕਰ ਰਿਹਾ ਵੀ ਉਹਨੂੰ ਫਿਰ ਉਹਨੂੰ ਉਹ ਪਰਮਾਤਮਾ ਨੂੰ ਕਿੱਥੋਂ ਮਿਲਣਾ? ਕਿਉਂਕਿ ਉਹ ਬੰਦਾ ਜਿਹੜਾ ਖੁਦ ਹੀ ਫੇਲ ਹੋ ਰਿਹਾ, ਔਰ ਤੁਹਾਨੂੰ ਕਿੱਦਾਂ ਕਹਿ ਦਊਗਾ ਕਿ ਤੁਸੀਂ ਪਾਸ ਹੋ ਜਾਓਗੇ? ਜਿਹੜਾ ਬੰਦਾ ਆਪ ਸਲਿੱਪ ਹੋ ਕੇ ਚਿੱਕੜ 'ਚ ਡਿੱਗ ਗਿਆ, ਕਿੱਦਾਂ ਕਹੂਗਾ ਕਿ ਭਵ ਸਾਗਰ ਤੋਂ ਤੁਸੀਂ ਅੱਗੇ ਲੰਘ ਜਾਏਗੀ? ਫਿਰ ਮੁਸ਼ਕਿਲ ਹੋ ਜਾਏਗੀ। ਫਿਰ ਅਗਲੇ ਬੰਨੇ ਫੇਰ ਕਹਿ ਰਹੇ ਨੇ ਦੂਜੇ ਭਾਏ ਨਿਜ ਸਭ ਇਹ ਤੁਕ ਬੋਲ ਦੋ। ਦੂਜੇ ਪਾਏ ਜਾਏ ਜਗ ਪ੍ਰਬੋਧੈ, ਵਿਖ ਮਾਇਆ ਮੋਹ ਸੁਆਏ। ਕਹਿੰਦੇ ਹੂੰ ਤਾਂ ਜਿਹੜਾ ਹੈਗਾ ਡੁਆਲਿਟੀ ਦੇ ਵਿੱਚ ਫਸਿਆ ਪਿਆ ਆ ਔਰ ਸੰਸਾਰ ਨੂੰ ਗਿਆਨ ਦੇ ਰਿਹਾ ਹੈ, ਔਰ ਆਪ ਜਿਹੜਾ ਹੈਗਾ ਮਾਇਆ ਦੇ ਵਿੱਚ ਜਿਹੜਾ ਹੈਗਾ ਪੂਰਾ ਦਾ ਪੂਰਾ ਸਵਾਰਥ ਉਹਦਾ ਮਕਸਦ ਜਿਹੜਾ ਹੈਗਾ ਮਾਇਆ ਦਾ ਮੋਹ ਹੈ। ਮਾਇਆ ਇਕੱਠੀ ਕਰਨੀ ਹੈ, ਪਦਾਰਥ ਭੋਗਣੇ ਹੈ। ਹਿੱਤ ਕਮਾਣੇ ਸਦਾ ਦੁੱਖ ਪਾਵੇ, ਜੰਮੇ ਮਰੇ ਫਿਰ ਆਵੇ ਜਾਏ। ਕਹਿੰਦੇ ਇਹਦੇ ਵਿੱਚ ਤਾਂ ਦੁੱਖ ਹੀ ਦੁੱਖ ਆ ਪਾਏ। ਇਹਦੇ ਨਾਲ ਇਹੋ ਜਿਹੀ ਕਮਾਈ ਕਰੇਗਾ ਤੇ ਡੁਆਲਿਟੀ ਦੇ ਵਿੱਚ ਰਹੇਗਾ ਤੇ ਅੰਦਰ ਜਿਹੜਾ ਹੈਗਾ ਮਾਇਆ ਹੀ ਕਮਾਈ ਜਾਏਗਾ ਤੇ ਫਿਰ ਤਾਂ ਜੰਮਦਾ ਮਰਦਾ ਰਹੇਗਾ, ਆਉਂਦਾ ਜਾਂਦਾ ਰਹੇਗਾ। ਹਾਂਜੀ ਵੀਰ ਜੀ। ਹਾਂਜੀ, ਇਸੇ ਤਰ੍ਹਾਂ ਸਾਧ ਸੰਗਤ ਜੀ ਕਈ ਲੋਕ ਹੁੰਦੇ ਨੇ, ਜਿੱਦਾਂ ਆਪਾਂ ਸੰਸਾਰੀ ਲੋਕ ਹੁੰਦੇ ਹਨ, ਤੇ ਜ਼ਿਆਦਾਤਰ ਤੁਸੀਂ ਵੇਖੋਗੇ ਕਿ ਲੋਕਾਂ ਦਾ ਜੀਵਨ ਜਿਹੜਾ ਹੁੰਦਾ ਗਧੇ ਵਾਂਗੂ ਸਮਾਨ ਢੋਣਾ ਹੁੰਦਾ। ਐਵੇਂ ਹੀ ਸਮਾਨ ਢੋ ਕੇ ਇਕੱਠਾ ਕਰ ਦੇਣਾ। ਫਿਰ ਉਹ ਜਿਹੜਾ ਸਮਾਨ ਆ ਉਹ ਵੇਖੋ ਕੋਈ ਉਹਦੇ ਤੋਂ ਹੋਰ ਲੈ ਜਾਂਦਾ ਹੈ। ਉਹ ਵਿਚਾਰਾ ਸਾਰੀ ਜ਼ਿੰਦਗੀ ਗਧੇ ਵਾਂਗੂ ਇਕੱਠਾ ਕਰੀ ਜਾਂਦਾ ਢੋ, ਪਰ ਆਖਰ ਦੇ ਵਿੱਚ ਉਹਨੂੰ ਤੇ ਉਹ ਮਿਲਦੀ ਨਹੀਂ ਚੀਜ਼। ਇਸੇ ਦੇਖੋ ਤੁਸੀਂ ਵੇਖੋ ਕਈਆਂ ਨੇ ਘਰ ਬਣਾਏ, ਕਈਆਂ ਨੇ ਕੁਝ ਕੀਤਾ, ਕਿਸੇ ਦਾ ਜਵਾਈ ਲੈ ਗਿਆ, ਇਹਦੀ ਕੋਈ ਕੁੜੀ ਲੈ ਗਈ, ਕਿਸੇ ਦਾ ਕੋਈ ਮੁੰਡਾ ਲੈ ਗਿਆ, ਤੇ ਡਾਂਗਾਂ ਵੱਖਰੀਆਂ ਪਈਆਂ। ਇਹ ਸੰਸਾਰ ਏਦਾਂ ਦਾ ਹੀ ਆ। ਉਹ ਵਿਚਾਰਾ ਸਾਰੀ ਜ਼ਿੰਦਗੀ ਇਕੱਠਾ ਕਰਦਾ ਰਿਹਾ ਤੇ ਸੁੱਖ ਗਏ ਨੇ ਉਹਨੇ ਲਿਆ। ਉਹਨੇ ਤੇ ਚੰਗਾ ਕੱਪੜਾ ਵੀ ਨਹੀਂ ਪਾ ਕੇ ਵੇਖਿਆ। ਏਦਾਂ ਦੇ ਬਹੁਤ ਲੋਕ ਹੈਗੇ। ਬਿਲਕੁਲ, ਮੈਂ ਕਈ ਬੰਦੇ ਵੇਖੇ ਇੱਥੇ ਨਜਰ ਸਾਹਿਬ, ਉਹਨਾਂ ਸਾਰੀ ਜ਼ਿੰਦਗੀ ਟੁੱਟੀ ਜਿਹੀ ਚੱਪਲ ਤੇ ਪੁਰਾਣੇ ਜਿਹੇ ਕੱਪੜੇ ਪਾਉਣੇ। ਪਰ ਬਾਣੀ ਥੋੜੀ ਕਹਿੰਦੀ ਕਿ ਤੂੰ ਕੱਪੜੇ ਹੀ ਨਾ ਪਾ। ਉਹ ਕਹਿੰਦੀ ਕਿ ਸਾਫ਼ ਸੁਥਰੇ ਕੱਪੜੇ ਪਾ, ਕਮ ਸੇ ਕਮ ਆਪਣਾ ਲਿਵਿੰਗ ਸਟੈਂਡਰਡ ਤੇ ਮੇਨਟੇਨ ਕਰਨਾ। ਤੇ ਉਹ ਵੇਖ ਲਓ, ਉਹ ਬਸ ਸਾਰੀ ਜ਼ਿੰਦਗੀ ਗਧੇ ਨੂੰ ਇਕੱਠਾ ਹੀ ਕੀਤਾ ਸਮਾਨ, ਮਿਲਿਆ ਕੁਛ ਵੀ ਨਹੀਂ। ਇਹ ਦੇਖੋ ਇੱਥੇ ਬਾਣੀ ਕੀ ਕਹਿ ਰਹੀ ਹੈ ਕਿ ਜਿਹੜਾ ਬੰਦਾ ਆਪ ਉਲਝਿਆ, ਜਿਹੜਾ ਦੂਜੇ ਨੂੰ ਉਪਦੇਸ਼ ਕਰ ਰਿਹਾ ਹੈ, ਤੇ ਕਹਿੰਦੇ ਆ ਕਿ ਫਿਰ ਉਹ ਤੇ ਗੜਬੜ ਹੈ ਨਾ। ਖੁਦ ਤੇ ਉਹ ਮਾਇਆ ਦੇ ਵਿੱਚ ਬੈਠਾ ਹੈ। ਮਤਲਬ ਕਹਿਣ ਤੋਂ ਭਾਵ ਇੱਕ ਬੰਦਾ ਖੂਹ ਦੇ ਵਿੱਚ ਡਿੱਗਿਆ ਹੋਵੇ ਤੇ ਮੈਨੂੰ ਕਹੀ ਜਾਵੇ ਕਿ ਚਰਨਜੀਤ ਤੈਨੂੰ ਮੈਂ ਖੂਹ ਚੋਂ ਬਾਹਰ ਕੱਢਦਾ, ਤੇ ਚਰਨਜੀਤ ਉਹਦੇ ਨਾਲ ਹੀ ਬੈਠਾ ਹੋਵੇ। ਜਾਂ ਤੇ ਮੇਰੇ ਤੇ ਉਹਦੇ ਵਿੱਚ ਕੋਈ ਫਰਕ ਹੋਵੇ ਨਾ ਨਿੱਜਰ ਸਾਹਿਬ, ਉਹ ਤੇ ਆਪ ਮਾਇਆ ਦੇ ਖੂਹ ਦੇ ਵਿੱਚ ਡਿੱਗਾ, ਸਗੋਂ ਉਹਨੂੰ ਇੱਕ ਸੂਖਮ ਉਹਨੂੰ ਹਉਮੈ ਚਿੰਬੜ ਗਈ ਹੈ ਕਿ ਮੈਨੂੰ ਪਤਾ ਹੈ ਤੂੰ ਏਦਾਂ ਸੋਚਦਾ ਹੋ, ਕਿਉਂਕਿ ਕਾਫੀ ਲੋਕ ਉਹਦੇ ਕੋਲ ਜਾ ਰਹੇ ਨੇ। ਹੁਣ ਜਦੋਂ ਲੋਕ ਉਹਦੇ ਕੋਲ ਇਕੱਠੇ ਹੋ ਰਹੇ ਨੇ, ਭੀੜ ਇਕੱਠੀ ਹੋ ਰਹੀ ਹੈ, ਉਹ ਫਿਰ ਬੰਦਾ ਆਪਣੇ ਆਪ ਨੂੰ ਹਿਟਮੋਟਾਈਜ਼ ਕਰ ਲੈਂਦਾ ਹੈ। ਉਹ ਫਿਰ ਸੋਚਦਾ ਕਿ ਮੈਂ ਸੱਚੀ ਬਾਬਾ ਵਾਂ, ਔਰ ਫਿਰ ਉਹ ਫਿਰ ਬਾਬਾ ਬਣ ਜਾਂਦਾ ਹੈ, ਸੰਤ ਬਣ ਜੇ, ਕੁਛ ਵੀ ਕਹਿ ਲਓ। ਉਹ ਫਿਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਉਹਨੂੰ ਇਹ ਨਹੀਂ ਸਮਝ ਆਉਂਦੀ ਤੂੰ ਜਿਹੜੀ ਚੀਜ਼ ਦੇ ਰਿਹਾ ਉਹ ਚੀਜ਼ ਤੇਰੇ ਕੋਲ ਨਹੀਂ ਹੈਗੀ। ਕਿਉਂਕਿ ਤੇਰੇ ਕੋਲ ਜਾਗ ਚਾਹੀਦੀ ਆ। ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਤੇਰਾ ਖੁਦ ਦਾ ਦਹੀਂ ਜੰਮਿਆ ਹੋਣਾ ਚਾਹੀਦਾ। ਹੁਣ ਤੇਰਾ ਤੇ ਦਹੀਂ ਜੰਮਿਆ ਨਹੀਂ। ਹੁਣ ਤੂੰ ਲੋਕਾਂ ਨੂੰ ਜਾਗ ਵੰਡਣੀ ਸ਼ੁਰੂ ਕਰਤੀ ਆ, ਉਹਦਾ ਕੀ ਫਾਇਦਾ? ਕੋਈ ਬੈਨੀਫਿਟ ਨਹੀਂ ਹੋਣਾ। ਜਿਸ ਬੰਦੇ ਦਾ ਆਪਣਾ ਦੀਪਕ ਬੁਝਿਆ, ਹੁਣ ਤੁਹਾਨੂੰ ਕਹਦੇ ਕਿ ਮੈਂ ਤੁਹਾਡਾ ਦੀਪਕ ਜਗਾ ਦਿੰਦਾ, ਮੈਂ ਤੁਹਾਨੂੰ ਤੋੜ ਦਿੰਦਾ ਸੱਚ ਦੇ ਉੱਤੇ, ਮੈਂ ਤੁਹਾਨੂੰ ਇਮਾਨਦਾਰ ਬਣਾ ਦਿੰਦਾ, ਪਰ ਉਹਨੂੰ ਕਹੋ ਕਿ ਤੇਰਾ ਆਪਣਾ ਤੇ ਦੀਪਕ ਬੁਝਿਆ, ਤੂੰ ਤੇ ਖੁਦ ਬੇਈਮਾਨ ਹੈ, ਤੂੰ ਇਮਾਨਦਾਰ ਤੇ ਹੈ ਨਹੀਂ, ਤੂੰ ਝੂਠ ਦੇ ਨਾਲ ਤੁਰਿਆ ਫਿਰਦਾ ਹੈ, ਤੇ ਮੈਨੂੰ ਸੱਚ ਤੇ ਕਿੱਥੋਂ ਤੋੜ ਦੇਂਗਾ? ਕਿਉਂਕਿ ਹੋਰ ਕੋਈ ਚੀਜ਼ ਨਹੀਂ ਨਾ ਹੈਗੀ। ਦੇਖੋ ਪਾਰਸ ਦੇ ਨਾਲ ਜਦੋਂ ਕੋਈ ਲੋਹਾ ਟਕਰਾਉਂਦਾ ਹੈ ਤੇ ਪਾਰਸ ਅਗਲੇ ਬੰਨੇ ਚਾਹੀਦਾ ਹੈ ਪੱਥਰ। ਜੇ ਤੁਸੀਂ ਪੱਥਰ ਤੇ ਲੈ ਦੋ ਪਾਰਸ, ਤੇ ਨਜਰ ਸਾਹਿਬ ਉਹਦੇ ਨਾਲ ਰਗੜਨ ਦਾ ਕੋਈ ਫਾਇਦਾ ਥੋੜੀ ਹੈਗਾ ਨਾ।
ਪਰ ਇਦਾਂ ਦੇ ਪਾਰਸ ਪੱਥਰ ਬਹੁਤ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਪਰ ਉਹ ਅਸਲੀ ਨਹੀਂ ਹੈਗੇ। ਉੱਥੇ ਲਿਖਿਆ ਉਹਨਾਂ ਨੇ, ਉੱਥੇ ਉਹ ਪੇਂਟ ਕਰ ਲਿਆ ਪੱਥਰ ਨੂੰ। ਆਮ ਹੀ ਪੱਥਰ ਜਿਹੜੇ ਧੱਕੇ ਖਾਂਦੇ ਫਿਰਦੇ ਨਹਿਰਾਂ ਦੇ ਕੰਢਿਆਂ ਤੇ, ਆਮ ਪੱਥਰ ਹੈਗਾ, ਪਰ ਉਹਨੇ ਕੀ ਕੀਤਾ, ਬਾਹਰ ਕੋਟਿੰਗ ਕਰਵਾ ਲਈ, ਉੱਥੇ ਨਾਂ ਲਿਖਵਾ ਲਿਆ ਕਿ ਪਾਰਸ ਪੱਥਰ ਹੈਗਾ। ਹੁਣ ਮੇਰੇ ਵਰਗੇ ਵੀ ਕਹਿ ਦਿੰਦੇ ਬ੍ਰਹਮ ਗਿਆਨੀ, ਪਰ ਬਾਣੀ ਕਹਿੰਦੀ ਆ ਜੇ ਤੂੰ ਕਿਸੇ ਠੱਗ ਬੰਦੇ ਨੂੰ ਬ੍ਰਹਮ ਗਿਆਨੀ ਦਾ ਕਹਿ ਕੇ ਪ੍ਰਚਾਰ ਕਰਦਾ ਹੈ ਤੇ ਤੂੰ ਵੀ ਉਸ ਪਾਪ ਦੇ ਵਿੱਚ ਜ਼ਿੰਮੇਵਾਰ ਹੈ, ਕਿਉਂਕਿ ਤੂੰ ਕਈਆਂ ਦਾ ਬੇੜਾ ਗਰਕ ਕਰਦਾ ਹੈ। ਇਸੇ ਤਰ੍ਹਾਂ ਦੇਖੋ ਆਪਣੇ ਗਰੁੱਪ 'ਚ ਵੀ ਕਈ ਹੈਗੇ ਨੇ ਐਵੇਂ ਹੀ ਲੋਕਾਂ ਨੂੰ ਮੱਝਾਂ ਵਾਂਗੂ ਹੀ ਕੀ ਜਾਂਦੇ, ਇੱਧਰ ਲੈ ਜਾਓ ਉੱਧਰ ਲੈ ਜਾਓ, ਪਤਾ ਨਹੀਂ ਕਿਹੜੇ ਕਿੰਨੇ ਕੁ ਬਾਬੇ ਆਏ। ਪਰ ਇੱਕ ਚੀਜ਼ ਦੇਖੋ, ਬਾਣੀ ਕਹਿੰਦੀ ਹੈ ਤੂੰ ਭੀੜ ਨਹੀਂ ਬਣਨਾ, ਤੂੰ ਆਪਣੇ ਫੈਸਲੇ ਖੁਦ ਕਰ, ਤੂੰ ਜਾਣ ਅਨੁਭਵ ਕਰ ਤੇ ਫਿਰ ਜੈਸ ਕਰ। ਪਰ ਜਿਹੜਾ ਬੰਦਾ ਤੁਹਾਨੂੰ ਹਿੱਕ ਕੇ ਲਈ ਫਿਰਦਾ ਹੈ, ਕੋਈ ਮੱਝਾਂ ਗਾਵਾਂ ਥੋੜੀ ਹੈਗੀਆਂ ਆਪਾਂ। ਇਹ ਬਾਣੀ 'ਚ ਕੇਵਲ ਇੰਨੀ ਗੱਲ ਸਮਝਾਈ ਆ ਕਿ ਤੇਰਾ ਜੀਵਨ ਹੈ ਔਰ ਤੂੰ ਇਸ ਨੂੰ ਬੜੀ ਤਸੱਲੀ ਨਾਲ ਸੰਤੁਸ਼ਟੀ ਦੇ ਨਾਲ ਚੈੱਕ ਕਰ, ਐਵੇਂ ਨਾ ਭੱਜਾ ਜਾਵੀਂ। ਕਿਉਂਕਿ ਤੂੰ ਭੱਜਾ ਵੀ ਗਿਆ, ਬਲਾਈਂਡ ਫੇਥ ਕਰ ਲਿਆ, ਅਗਲੇ ਬੰਨੇ ਬੰਦਾ ਖੁਦ ਬਲਾਈਂਡ ਹੋਵੇ ਤੇ ਕਿੱਡੀ ਪ੍ਰੋਬਲਮ ਹੋਈ ਨਹੀਂ ਮੁੜ ਕੇ। ਹੁਣ ਕਿਸੇ ਬੰਦੇ ਤੇ ਤੁਸੀਂ ਅੰਧ ਵਿਸ਼ਵਾਸ ਕਰ ਲਿਆ, ਪਰ ਅਗਲੇ ਬੰਦੇ ਕੋ ਪੱਲੇ ਕੁਛ ਨਹੀਂ। ਉਹ ਬੰਦਾ ਕੀ ਪਤਾ ਤੁਹਾਡੇ ਕੋਲ ਕੀ ਕਰਾ ਰਿਹਾ, ਉਹ ਤੁਹਾਡੇ ਕੋਲ ਕੀ ਚਾਹੁੰਦਾ ਹੈ, ਉਹਦੀ ਇੱਛਾ ਹੋਵੇ ਕੁਛ ਨਾ ਕੁਛ, ਉਹਨੂੰ ਸਵਾਰਥ ਹੋਵੇ, ਤੇ ਫਿਰ ਤੁਹਾਡਾ ਕੀ ਫਾਇਦਾ ਹੋਵੇ। ਆਪ ਇਹ ਚੀਜ਼ ਨੂੰ ਸਮਝੋ ਪਲੀਜ਼। ਅੱਗੇ ਚਲੀਏ ਨਜਰ ਸਾਹਿਬ, ਆਪ ਪੌੜੀ ਤੇ ਆ ਜਾਓ। ਹਾਂਜੀ, ਪੌੜੀ ਹੁਣ ਇਹ ਪੌੜੀ ਆਪਾਂ ਨੂੰ ਦੱਸ ਰਹੀ ਹੈ ਭਾਈ ਦੇਖ, ਇਹ ਜਿਹੜਾ ਹੈਗਾ ਇਕੱਲਾ ਗਿਆਨ ਲੈ ਕੇ ਜਿਹੜਾ ਹੈਗਾ ਗਿਆਨ ਵੰਡਣ ਦੇ ਨਾਲ ਕੁਛ ਨਹੀਂ ਹੋਣਾ। ਆਪਣੇ ਆਪ ਨੂੰ ਦੇਖਣਾ ਪੈਣਾ ਆ, ਆਪਣੇ ਅੰਦਰ ਵੜਨਾ ਪੈਣਾ ਆ, ਆਪਣੇ ਅੰਦਰ ਆਪਣੇ ਅਵਗੁਣ ਜਿਹੜੇ ਹੈਗੇ ਉਹਨਾਂ ਨੂੰ ਪਹਿਲਾਂ ਦੇਖਣਾ ਹੈ ਵੀ ਮੈਂ ਹੈ ਕੌਣ, ਫਿਰ ਉਹਨਾਂ 'ਤੇ ਵਰਕਆਊਟ ਕਰਨਾ ਪੈਣਾ ਹੈ, ਝਾੜੂ ਲਾਉਣੀ ਪੈਣੀ ਆ, ਆਪਣੇ ਅੰਦਰੋਂ ਅਵਗੁਣ ਕੱਢਣੇ ਪੈਣੇ ਆ, ਤਾਂ ਜਿਹੜਾ ਹੈਗਾ ਗੱਲ ਬਣਨੀ ਆ ਭਾਈ। ਔਰ ਇਹਦੇ ਵਾਸਤੇ ਡੇਲੀ ਜਿਹੜਾ ਹੈਗਾ ਤੈਨੂੰ ਧਿਆਨ ਸਿਮਰਨ, ਇਹ ਭਗਤੀ ਬੰਦਗੀ ਕਰਨੀ ਪੈਣੀ ਹੈ, ਗਿਆਨ ਵੀ ਲੈਣਾ ਪੈਣਾ ਹੈ ਔਰ ਕਮਾਉਣਾ ਵੀ ਪੈਣਾ ਹੈ। ਪੌੜੀ ਜਿੰਨਾ ਹੁਕਮ ਮਨਾਇਓਨ ਤੇ ਪੂਰੇ ਸੰਸਾਰ। ਦੇਖੋ ਆਇਆ ਹੁਕਮ, ਆਪਣੇ ਮਨ ਤੋਂ ਮਨਵਾਉਣਾ ਹੈ ਆਪਾਂ ਨੇ ਹੁਕਮ, ਮਾਲਕ ਨੇ ਆਪਣੇ ਤੋਂ ਮਨਵਾਉਣਾ ਹੈ, ਮਾਲਕ ਨੇ ਇਸੇ ਹੁਕਮ ਵਾਸਤੇ ਭੇਜਿਆ ਹੈ ਆਪਾਂ ਨੂੰ। ਤੇ ਆਪਾਂ ਜੇ ਆਪਣੇ ਮਨ ਨੂੰ ਜਿਹੜਾ ਹੈਗਾ ਆਹ ਹੁਕਮ ਮਨਵਾ ਲਾਂਗੇ ਤੇ ਪੂਰੇ ਹੋ ਜਾਣਗੇ ਸੰਸਾਰ ਦੇ ਵਿੱਚ ਔਰ ਮਾਲਕ ਦੇ ਦਰ ਦੇ ਉੱਤੇ ਵੀ। ਜਿੰਨਾ ਹੁਕਮ ਮਨਾਇਓਨ ਤੇ ਪੂਰੇ ਸੰਸਾਰ। ਕੀ ਕਰਦੇ ਹੋ? ਸਾਹਿਬ ਸੇਵਨ ਹੈ ਆਪਣਾ ਪੂਰੇ ਸ਼ਬਦ ਦੇ ਵਿਚਾਰ। ਕਹਿੰਦੇ ਪੂਰੇ ਗੁਰੂ ਦੀ ਵਿਚਾਰ ਲਈ ਇਹ ਸ਼ਬਦ ਨੂੰ ਵਿਚਾਰ ਕੇ ਉਹਦੇ ਅਨੁਸਾਰ ਜਿਹੜੀ ਹੈਗੀ ਸੇਵਾ ਕਰਦੇ ਆ ਭਾਈ, ਮਾਲਕ ਪਰਮਾਤਮਾ ਦਾ ਧਿਆਨ ਕਰਦੇ ਆ। ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਦੇ ਪਿਆਰ। ਕਹਿੰਦੇ ਪਰਮਾਤਮਾ ਦੀ ਸੇਵਾ ਚਾਕਰੀ ਹੈ ਭਾਈ, ਉਹ ਧਿਆਨ ਸਿਮਰਨ ਇਹਨੂੰ ਕਹਿੰਦੇ ਪਿਆਰ ਕਰਦੇ ਆ, ਧਿਆਨ ਸਿਮਰਨ ਨੂੰ, ਇਹ ਬੰਦਗੀ ਨੂੰ ਪਿਆਰ ਕਰਦੇ ਆ। ਹਰ ਕਾ ਮਹਿਲ ਤਿਨ ਹੀ ਪਾਇਆ ਜਿਨ ਹਉਮੈ ਵਿੱਚੋਂ ਮਾਰ। ਇਸ ਤਰ੍ਹਾਂ ਉਹ ਆਪਣੀ ਹਉਮੈ ਜਿਹੜੀ ਹੈਗੀ ਆ ਰੋਜ਼ ਨਿਤ ਜਿਹੜਾ ਹੈਗੇ ਆਪਣੀ ਹਉਮੈ ਛੱਡਦੇ ਆ। ਕਬੀਰ ਤੂੰ ਕਰਤਾ ਤੂੰ ਭਇਆ ਮੁਝ ਮੇ ਰਹਾ ਨਾ ਹੂੰ। ਉਹ ਫਿਰ ਮਾਲਕ ਦਾ ਮਹਿਲ ਪ੍ਰਾਪਤ ਕਰ ਲੈਂਦੇ ਆ, ਸੁਰਖਰੂ ਹੋ ਜਾਂਦੇ ਆ ਮਾਲਕ ਦੇ ਦਰ 'ਤੇ। ਨਾਨਕ ਗੁਰਮੁਖੇ ਮਿਲ ਰਹੇ ਜਪ ਹਰ ਨਾਮਾ ਔਰ ਤਾਰ। ਇਸ ਤਰੀਕੇ ਦੇ ਨਾਲ ਕਹਿੰਦੇ ਆ ਉਹ ਗੁਰੂ ਦੇ ਰਾਹੀਂ, ਬ੍ਰਹਮ ਗਿਆਨੀਆਂ ਦੇ ਰਾਹੀਂ ਜਿਹੜਾ ਹੈਗਾ ਇਸ ਨੂੰ ਬ੍ਰਹਮ ਗਿਆਨ ਨੂੰ ਕਮਾ ਕੇ ਗੁਰਮੁਖੇ ਮਿਲ ਰਹੇ ਹਰ ਨਾਮਾ ਔਰ ਤਾਰ, ਇਹਨੂੰ ਜਿਹੜਾ ਹੈਗਾ ਉਰ ਦੇ ਵਿੱਚ ਲੈ ਜਾਂਦੇ ਆ। ਆ ਬੰਦਗੀ ਜਿਹੜੀ ਹੈ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦਾ ਮਨੋਰਥ ਬਣ ਜਾਂਦਾ ਹੈ। ਇਹ ਹੈਗਾ ਹਰ ਨਾਮਾ ਉਰ ਤਾਰ, ਉਰ ਦੇ ਵਿੱਚ ਤਾਰ ਲਿਆ ਬਈ ਆਹ ਕੰਮ ਕਰਨਾ ਮੈਂ ਨਾਮ ਅੰਮ੍ਰਿਤ ਅੰਦਰ ਆਪਣੇ ਅੰਮ੍ਰਿਤ ਦਾ ਸਰੋਵਰ ਜਿਹੜਾ ਹੈਗਾ ਉਹਨੂੰ ਲੈਣਾ ਹੈ, ਅੰਮ੍ਰਿਤ ਪੀਣਾ ਹੈ, ਅੰਮ੍ਰਿਤ ਦੇ ਵਿੱਚ ਨਹਾਉਣਾ ਹੈ, ਆਪਣੇ ਮਨ ਨੂੰ ਆਪਣੇ ਅਵਗੁਣ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਦੂਰ ਕਰਨੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉਹ ਕਹਿੰਦੇ ਕਿ ਉਹ ਮਨੁੱਖ ਜਿਹੜਾ ਹੈਗਾ ਗੁਰਮੁਖ ਕਿਹਾ ਹੈ, ਫਿਰ ਉਹਨੇ ਫੈਸਲਾ ਕਰ ਲਿਆ ਕਿ ਮੈਂ ਹੁਣ ਬੰਦਗੀ ਕਰਨੀ ਹੈ। ਹਾਂ, ਪਰ ਦੇਖੋ ਨਿੱਜਰ ਸਾਹਿਬ, ਜਦ ਤੱਕ ਆਪਾਂ ਫੈਸਲਾ ਨਹੀਂ ਕਰਾਂਗੇ ਤੇ ਗੱਲ ਕਿੱਥੇ ਬਣਨੀ ਹੈ। ਬਿਲਕੁਲ। ਕੋਈ ਵਸਤੂ ਆਪਾਂ ਲੈਣੀ ਆ, ਪਹਿਲਾਂ ਫੈਸਲਾ ਤੇ ਕਰੀਏ ਨਾ ਕਿ ਇਹ ਚੀਜ਼ ਮੈਂ ਲੈਣੀ ਹੈ। ਹਾਂ ਬਈ ਇਸ ਰਸਤੇ ਤੇ ਮੈਂ ਤੁਰਨਾ ਹੈ ਭਾਈ।
ਹਾਂ ਤੇ ਉਦਾਂ ਗੱਲਾਂ ਕਰੀ ਜਾਣੀਆਂ, ਉਹ ਤੇ ਮੈਂ ਵੀ ਕਰੀ ਜਾਵਾਂ, ਨਿੱਜਰ ਸਾਹਿਬ ਵੀ ਕਰੀ ਜਾਵੇ, ਤੇ ਫਿਰ ਆਊਟਪੁੱਟ ਕਿੱਥੋਂ ਨਿਕਲਣਾ? ਕਿਉਂਕਿ ਆਪਾਂ ਫੈਸਲਾ ਹੀ ਨਹੀਂ ਕੀਤਾ, ਆਪਾਂ ਲੋਕਾਂ ਨੂੰ ਪੁੱਛਦੇ ਨਹੀਂ ਆ। ਅਦਾਲਤ ਕਹਿੰਦੀ ਹੈ ਕੀ ਫੈਸਲਾ ਕਰਦਾ, ਕੀ ਕਰਦਾ ਹੈ, ਇਹ ਸਹੀ ਹੈ ਤੇ ਇਹ ਗਲਤ ਹੈ, ਇਹ ਆ ਕਰੇਗਾ ਤੇ ਉਹ ਕਰੇਗਾ। ਪਰ ਆਪਾਂ ਸਾਰੀ ਜ਼ਿੰਦਗੀ ਤੁਰੇ ਫਿਰਦੇ ਆ, ਪਰ ਆਪਾਂ ਫੈਸਲਾ ਹੀ ਨਹੀਂ ਕਰਦੇ ਕਿ ਅਸੀਂ ਭਗਤੀ ਕਰਨੀ ਹੈ। ਆਪਣੇ ਜੀਵਨ ਚੋਂ ਕੁਝ ਹਿੱਸਾ ਜਿਹੜਾ ਦਸਵੰਧ ਕਹਿੰਦੇ ਆ, ਲੋਕੀ ਪੈਸੇ ਦਾ ਕੱਢੀ ਜਾਂਦੇ ਆ, ਉਹ ਬਾਣੀ ਚ ਏਦਾਂ ਦਾ ਕੋਈ ਦਸਵੰਧ ਨਹੀਂ ਲਿਖਿਆ। ਦਸਵੰਧ ਦਾ ਮਤਲਬ ਹੈ ਕਿ ਤੁਸੀਂ ਆਪਣੇ ਸਵਾਸਾਂ ਦੇ ਵਿੱਚੋਂ ਕੁਝ ਹਿੱਸਾ ਕੱਢ ਕੇ ਆਪਣੇ ਆਪ ਨੂੰ ਦੇਣਾ ਹੈ, ਔਰ ਇਹਦਾ ਬਹੁਤ ਵੱਡਾ ਮਹੱਤਵਪੂਰਨ ਯੋਗਦਾਨ ਹੈ ਤੁਹਾਡੇ ਜੀਵਨ ਚ। ਇੱਕ ਜੇਕਰ ਬੰਦੇ ਕੋਲ ਅੱਖ ਹੀ ਨਹੀਂ ਹੈਗੀ, ਹੁਣ ਤੁਹਾਡੀ ਹੈਡਲਾਈਟ ਹੀ ਨਾ ਹੋਵੇ ਗੱਡੀ ਦੀ, ਕਿੱਦਾਂ ਚਲਾਓਗੇ ਹਨੇਰੇ ਚ? ਇਸ ਭਵ ਸਾਗਰ ਦੇ ਵਿੱਚ ਨਿੱਜਰ ਸਾਹਿਬ, ਜੇਕਰ ਆਪਾਂ ਸਫਲਤਾ ਦੇ ਨਾਲ ਅੱਗੇ ਲੰਘਣਾ ਚਾਹੁੰਦੇ ਆ ਨਾ, ਤੇ ਨਿੱਜਰ ਸਾਹਿਬ ਤੁਹਾਡੇ ਕੋਲ ਗਿਆਨ ਤੇ ਧਿਆਨ ਦਾ ਜਿਹੜਾ ਨਾ ਉਹ ਚਾਹੀਦਾ ਹੈ ਦੀਪਕ। ਅਦਰਵਾਈਜ਼ ਯੂ ਡੋਂਟ ਨੋ। ਤੁਸੀਂ ਪਤਾ ਨਹੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਕਿਹੜੇ ਰਸਤੇ ਤੇ ਗੱਡੀ ਪਾ ਲੈਣੀ, ਔਰ ਫਿਰ ਉੱਥੇ ਪਤਾ ਵੀ ਨਹੀਂ ਲੱਗਣਾ, ਕਿਉਂਕਿ ਉਹ ਸਾਡੇ ਕੋਲ ਗਿਆਨ ਹੀ ਨਹੀਂ ਹੈਗਾ। ਗਿਆਨ ਜਿਹੜਾ ਹੈਗਾ ਵਾ ਉਹ ਬਹੁਤ ਲੋ ਕੁਆਲਿਟੀ ਦਾ ਗਿਆਨ ਹੈ। ਉਹ ਮਤਲਬ ਸੰਸਾਰ ਨੇ ਦਿੱਤਾ ਹੈ। ਸੰਸਾਰ ਤੇ ਤੁਹਾਨੂੰ ਪਤਾ ਹੀ, ਉਹ ਤੇ ਕਹਿੰਦਾ ਵਾ ਕਿ ਅੱਗੇ ਲੰਘ ਦੂਜੇ ਤੋਂ ਵੱਡਾ ਮਕਾਨ ਬਣਾ ਲਾ, ਦੂਜੇ ਤੋਂ ਵੱਡਾ ਆਪਣਾ ਕੋਈ ਬਿਜ਼ਨਸ ਕਰ ਲੈ, ਜਾਂ ਗੱਡੀ ਲੈ ਲੈ, ਜਾਂ ਕੋਈ ਹੋਰ ਕਈ ਤਰੀਕੇ ਨਾਲ ਬੰਦਾ ਆਪਣੀ ਹਉਮੈ ਪ੍ਰਗਟ ਕਰਦਾ ਹੈ। ਚੀਜ਼ਾਂ ਚੂਜ਼ਾਂ ਚ ਕੀ ਹੈਗਾ, ਇਹ ਸਭ ਤੇ ਹਉਮੈ ਹੀ ਆ। ਬਾਕੀ ਇਹ ਨਹੀਂ ਮੈਂ ਕਹਿੰਦਾ ਕਿ ਪਾਉਣਾ ਬੰਦ ਕਰ ਦੋ, ਤੁਸੀਂ ਉਤਾਰ ਕੇ ਸੁੱਟ ਵੀ ਦਿਓਗੇ ਤੇ ਗੱਲ ਖਤਮ ਨਹੀਂ ਹੋਣੀ। ਪਰ ਇਹ ਆ ਕਿ ਮਾਇਆ ਸਾਨੂੰ ਬਾਹਰ ਖਿੱਚਦੀ ਹੈ, ਸਾਡੀ ਸੁਰਤੀ ਨੂੰ ਬਾਹਰ ਖਿੱਚਦੀ ਹੈ, ਸੰਸਾਰ ਵੱਲ ਲੈ ਕੇ ਜਾਂਦੀ ਹੈ। ਤੇ ਜਦ ਕਿ ਇਹ ਜਿਹੜੀ ਸੁਰਤੀ ਆ ਆਤਮਾ ਦੇ ਵਿੱਚ ਆਪਾਂ ਲੈ ਕੇ ਜਾਣਾ, ਅੰਦਰ ਮੁਖੀ ਕਰਨਾ ਮਨ ਨੂੰ, ਮਨ ਦੀ ਡਾਇਰੈਕਸ਼ਨ ਨੂੰ ਯੂ ਟਰਨ ਮਾਰ ਦੇਣਾ, ਵਾਪਸ ਲੈ ਆਉਣਾ। ਇਹੋ ਹੀ ਹੈ ਧਿਆਨ ਤੇ ਸਿਮਰਨ। ਜਦੋਂ ਤੁਹਾਡਾ ਮਨ ਇਕਾਗਰ ਹੋ ਗਿਆ ਨਾ, ਮਨ ਆਪਣੇ ਆਪ ਹੀ ਅੰਤਰਮੁਖੀ ਹੋ ਜਾਣਾ। ਜਦ ਤੱਕ ਨਿਰਵਿਚਾਰ ਨਹੀਂ ਨਾ ਹੋਵੋਗੇ, ਮਨ ਅੰਤਰਮੁਖੀ ਨਹੀਂ ਹੋ ਸਕਦਾ। ਇਟ ਇਜ਼ ਨਾਟ ਪੋਸੀਬਲ, ਕਿਉਂਕਿ ਜਿਹਨੂੰ ਤੁਸੀਂ ਪੜਾਉਣਾ ਹੈ ਉਹ ਤੇ ਬਾਹਰ ਤੁਰਿਆ ਫਿਰਦਾ ਪਿਆ, ਸੜਕਾਂ ਤੇ, ਬਿਲਡਿੰਗਾਂ 'ਚ, ਪਰਾਇਆ ਰੂਪ ਤੱਕਦਾ ਫਿਰਦਾ ਹੈ। ਤੇ ਜਿਹਨੂੰ ਤੁਸੀਂ ਗੁਰਦੁਆਰੇ ਲੈ ਜਾਂਦੇ ਜੋ, ਉਹ ਵਿਚਾਰਾ ਕਹਿੰਦਾ ਮੇਰਾ ਤੇ ਕਸੂਰ ਹੀ ਕੁਛ ਨਹੀਂ ਹੈ, ਮੈਨੂੰ ਕਿੱਥੇ ਲੈ ਕੇ ਆ ਗਏ ਜੋ। ਕਿਉਂਕਿ ਜਿੰਨੇ ਸੁਣਨਾ ਹੈ ਉਹ ਤੇ ਉਹ ਹੋ ਗਿਆ, ਉਹ ਤੇ ਕਿੱਥੇ ਬੈਠਾ ਹੈ, ਬੈਂਕ 'ਚ ਬੈਠਾ ਹੈ ਨਿੱਜਰ ਸਾਹਿਬ। ਉਹ ਤਾਂ ਗੁਰਦੁਆਰੇ ਪਹੁੰਚਦਾ ਵੀ ਨਹੀਂ ਹੈ, ਗੁਰਕੀ ਸਾਹਿਬ ਪਹੁੰਚ ਕੇ ਵੀ ਪਤਾ ਨਹੀਂ ਕਿੱਥੇ ਚਲੇ ਜਾਂਦਾ। ਹਾਂ, ਉਹ ਸਟੂਡੈਂਟ, ਉਹ ਸਰੀਰ ਕਹਿੰਦਾ ਕਿ ਮੈਂ ਹੁਣ ਉਹ ਅੰਬ ਕਿਸੇ ਨੇ ਖਾਧੇ ਤੇ ਉਹ ਡਾਂਗਾ ਲੱਕ ਨੂੰ ਪਈਆਂ, ਉਹ ਲੱਕ ਕਹਿੰਦਾ ਮੇਰਾ ਤੇ ਕਸੂਰ ਕੋਈ ਨਹੀਂ। ਕਿਉਂਕਿ ਜਿੰਨੇ ਸਾਰੀ ਕਮਾਂਡਿੰਗ ਕੀਤੀ ਹੈ, ਜਿੰਨੇ ਹੱਥ ਨੂੰ ਅੱਗੇ ਭੇਜਿਆ, ਜਿੰਨੇ ਚੋਰੀ ਕਰਾਈ ਆ, ਜਿੰਨੇ ਅੱਖਾਂ ਨਾਲ ਵੇਖਿਆ, ਉਹ ਤੇ ਹੈਗਾ ਹੀ ਨਹੀਂ ਇੱਥੇ ਹੁਣ ਨਾ। ਹਾਂ, ਤੇ ਇਹ ਗੱਲਬਾਤ ਹੈ ਅੱਜ ਦੀ ਵਿਚਾਰ ਨੇ ਸਭ ਇੱਥੇ ਸਮਾਪਤ। ਬਹੁਤ ਵਧੀਆ ਗੁਰੂ ਸਾਹਿਬ, ਬਹੁਤ ਵਧੀਆ। ਹਾਂਜੀ ਵੀਰ, ਓਕੇ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸੰਤ ਕੇ ਮਾਫ ਕਰੋ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦੇਹ ਨਿਰੋਗਤਾ ਤੇ ਸਮੱਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੇ ਪਿਤਾ ਇੱਕ ਅਰਦਾਸ ਹੈ। ਇੱਕ ਸਾਧਕ ਨੇ ਆਪਣੇ ਗਰੁੱਪ ਚ, ਉਹ ਕਹਿੰਦੇ ਨੇ ਘਰ ਦੀ ਸੁੱਖ ਸ਼ਾਂਤੀ ਘਰ ਚ ਬਿਨਾਂ ਕਾਰਨ ਦੇ ਕਲੇ ਹੋ ਜਾਂਦੀ ਹੈ। ਆਪ ਇਸ ਪਰਿਵਾਰ ਨੂੰ ਸਮਤ ਬਖਸ਼ੋ ਤੇ ਸ਼ਾਂਤੀ ਦਾ ਦਾਨ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਅਰਦਾਸ ਕਰ ਦੇਣਾ ਗੁਰਕ ਸਾਹਿਬ। ਇੱਕ ਬੀਬੀ ਹੈਗੀ ਆ, ਉਹ ਧਿਆਨ ਸਿਮਰਨ ਵਾਸਤੇ ਜਿਹੜੀ ਹੈਗੀ ਬਈ ਅਰਦਾਸ ਕਰਾਉਂਦੇ ਆ, ਕਹਿੰਦੇ ਮਾਲ ਬਈ ਉਹਦੇ ਧਿਆਨ ਸਿਮਰਨ ਦੇ ਵਿੱਚ ਜਿਹੜੀ ਹੈਗੀ ਵਾਧਾ ਹੋਏ, ਤਰੱਕੀ ਹੋਏ। ਹਾਂਜੀ ਵੀਰ ਜੀ, ਉਹ ਅਰਦਾਸ ਸਾਰਿਆਂ ਨੂੰ ਕਰਦੇ ਹੋ ਗੁਰਕੀ ਸਾਹਿਬ, ਸਾਰਿਆਂ ਵਾਸਤੇ ਕਰ ਦਿੰਦੇ ਜੀ, ਕਰ ਦਿੰਦੇ ਆ। ਬਾਕੀ ਜਿਹਦਾ ਧਿਆਨ ਨਹੀਂ ਨਾ ਲੱਗਦਾ, ਪਲੀਜ਼ ਆਪ ਰਿਕਾਰਡਿੰਗ ਮੈਂ ਗਰੁੱਪ ਚ ਪਾ ਦਿੰਦਾ। ਵਾਹਿਗੁਰੂ ਦਾ ਜਾਪ ਹੈਗਾ, ਉਹ ਜਾਪ ਨੂੰ ਤੁਸੀਂ ਚਾਲੂ ਕਰ ਲੈਣਾ ਤੇ ਉਹਨੂੰ ਸੁਣ ਕੇ ਵੀ ਤੁਸੀਂ ਨਿਰਵਿਚਾਰ ਹੋ ਸਕਦੇ। ਤੇ ਬਾਕੀ ਜਿੰਨੇ ਵੀ ਭਗਤੀ ਕਰਨੀ ਆ, ਉਹ ਕੰਨਾਂ ਚ ਪਲੱਗ ਪਾਉਣੇ ਬਹੁਤ ਜ਼ਰੂਰੀ ਹੈ। ਜੇ ਨਹੀਂ ਹੈਗੇ ਪਲੱਗ ਤੇ ਤੱਕ ਰੂਮ ਲੈ ਕੇ ਨਾ, ਰੂਮ ਚ ਤੇ ਉਹ ਚ ਸਰੋਂ ਦਾ ਤੇਲ ਪਾ ਲਓ ਜਾਂ ਕੋਕੋਨਟ ਦਾ ਆਇਲ ਪਾ ਲਓ, ਉਹਦੇ ਨਾਲ ਵੀ
ਥੋੜਾ ਜਿਹਾ ਕਰਨੇ ਆ ਸਾਇਲੈਂਟ ਹੋ ਜਾਂਦੇ ਆ। ਬਹੁਤ ਜ਼ਰੂਰੀ ਹੈ ਭਗਤੀ ਕਰਨ ਦੇ ਲਈ। ਠੀਕ ਹੈ, ਆਪ ਇਹ ਕੋਸ਼ਿਸ਼ ਕਰ, ਇਸ ਵਿਧੀ ਦਾ ਇਸਤੇਮਾਲ ਕਰ। ਇੱਕ ਤੁਸੀਂ 2-4 ਮਿੰਟ ਪਹਿਲਾਂ ਨਾ ਕੀਰਤਨ ਸੁਣ ਲਿਆ ਕਰੋ, 10 ਕੁ ਮਿੰਟ ਚੰਗਾ, ਕੋਈ ਵੀ ਵਧੀਆ ਸੁਰੀਲਾ ਕੀਰਤਨੀ ਹੈਗਾ ਉਹਨੂੰ ਸੁਣੋ। ਤੇ ਇੱਕ ਖੁਰਾਕ ਧਿਆਨ ਰੱਖਣਾ ਹੈ, ਵਾਕ ਕਰਨਾ ਹੈ, ਹਰੀਆਂ ਸਬਜ਼ੀਆਂ ਖਾਓ, ਫਰੂਟ ਖਾਓ, ਇਹ ਬਹੁਤ ਜ਼ਰੂਰੀ ਹੈ। ਤੇ ਹੋ ਸਕੇ ਤੇ ਸਵੇਰੇ ਉੱਠ ਕੇ ਭਗਤੀ ਕਰਿਆ, ਉਹਦੇ ਨਾਲ ਬਹੁਤ ਤੁਹਾਨੂੰ ਫਰਕ ਪਊਗਾ। ਇੱਕ ਸਿਰ ਚੁੱਕ ਕੇ ਭਗਤੀ ਕਰਨੀ ਆ, ਸਿਰ ਚੁੱਕ ਕੇ ਤੇ ਮੱਥੇ ਦੇ ਵਿਚਕਾਰ, ਦੋਨੋਂ ਪਰੋਟਿਆਂ ਦੇ ਵਿਚਕਾਰ ਧਿਆਨ ਇਕਾਗਰ ਕਰਨਾ ਹੈ। ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੇ ਪਿਤਾ ਸੰਗਤ ਕਹਿੰਦੀ ਹੈ ਕਿ ਆਪ ਇੱਕ ਅਰਦਾਸ ਹੋਰ ਕਰੋ, ਆਪ ਇਹਨਾਂ ਸਾਰਿਆਂ ਨੂੰ ਭਗਤੀ ਬਖਸ਼ੋ, ਨਾਮਦਾਨ ਬਖਸ਼ੋ, ਆਪਣੇ ਚਰਨਾਂ 'ਚ ਜਗ੍ਹਾ ਬਖਸ਼ੋ। ਜੇ ਕੋਈ ਰੁਕਾਵਟ ਆਉਂਦੀ ਹੈ ਮੇਰੇ ਪਿਤਾ ਨੂੰ ਦੂਰ ਕਰੋ। ਬਿਰਥੀ ਨਾ ਜਾਏ ਜਨ ਕੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤਾਂ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ